ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਜੋ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਪਰ ਵਰਤ ਕਰਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝ ਹੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਤੇ ਸਰਬਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਮਹੱਲਾ ਪੰਜਵਾਂ। ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ। ਅੱਲਾਹ ਸੇਤੀ ਰਤਿਆ ਇਹ ਸਚਾਵਾਂ ਸਾਜ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਔਰ ਸਤਿਕਾਰ ਦੇ ਨਾਲ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਸ਼ੇਖ ਫਰੀਦ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1383 ਔਰ 84 ਦੇ ਉੱਪਰ ਸੁਭਾਇਮਾਨ ਹੈ। ਇਨ੍ਹਾਂ ਸ਼ਲੋਕਾਂ ਤੋਂ ਪਹਿਲਾਂ ਆਪ ਸੰਗਤਾਂ 107 ਸ਼ਲੋਕਾਂ ਤੱਕ ਦੀ ਵਿਚਾਰ ਜਿਹੜੀ ਹੈ ਉਹ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ 4 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ ਔਰ ਬਾਬਾ ਫਰੀਦ ਜੀ ਦੇ ਇਹਨਾਂ ਸਿਰਲੇਖ ਹੇਠ ਜੋ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਉਪਦੇਸ਼ ਬਖਸ਼ਿਸ਼ ਕੀਤਾ
ਉਹਦੇ ਵਿੱਚ ਵਰਤੋਂ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਫਰੀਦ ਜੀ ਦੇ ਨਾਮ ਦੀ ਹੋਈ ਕੀਤੀ ਹੈ। ਆਪਾਂ ਜਦੋਂ ਪੜ੍ਹਦੇ ਹਾਂ ਤੇ ਸਿਰਲੇਖ ਸ਼ਲੋਕ ਸ਼ੇਖ ਫਰੀਦ ਕੇ ਚੱਲ ਰਿਹਾ ਹੈ। ਜਿੱਥੇ ਸ਼ਲੋਕ ਸਤਿਗੁਰੂ ਪਾਤਸ਼ਾਹ ਜੀ ਦਾ ਆ ਜਾਂਦਾ ਹੈ, ਮਾਲਕ ਜੀ ਨੇ ਉੱਥੇ ਜਿਸ ਵੀ ਗੁਰੂ ਸਾਹਿਬ ਦਾ ਸ਼ਲੋਕ ਹੈ ਉਹ ਮਹਲਾ ਲਫ਼ਜ਼ ਵਰਤ ਕੇ ਤੇ ਸਤਿਗੁਰੂ ਜੀ ਨੇ ਅੰਕਿਤ ਕੀਤਾ। ਪਰ ਜਿਹੜੀ ਮੋਹਰ ਹੈ ਉਹ ਬਾਬਾ ਫਰੀਦ ਜੀ ਦੇ ਨਾਮ ਦੀ ਉਹ ਚੱਲ ਰਹੀ ਹੈ। ਜਿਵੇਂ ਅੱਜ ਦੇ ਪਾਵਨ ਬਚਨ ਨੇ ਜਿਹੜੇ ਆਪਾਂ ਸ਼ਲੋਕ ਚਾਰੇ ਆਪ ਸੰਗਤ ਨੇ ਸਰਵਣ ਕੀਤੇ ਨੇ, ਇਹ ਸਾਰੇ ਮਹਿਲਾ ਪੰਜਵਾਂ ਸਤਿਗੁਰੂ ਜੀ ਨੇ ਵਰਤ ਕੇ ਤੇ ਉਹ ਜਿਹੜਾ ਅੰਕਿਤ ਹੈ ਇਹਨਾਂ ਸ਼ਲੋਕਾਂ ਨੂੰ ਕੀਤਾ। ਪਰ ਇਹਨਾਂ ਦੇ ਵਿੱਚ ਨਾਮ ਉਹਨਾਂ ਨੇ ਬਾਬਾ ਫਰੀਦ ਜੀ ਦਾ ਹੀ ਵਰਤਿਆ। ਜਿਵੇਂ ਅੱਜ ਦਾ ਪਹਿਲਾ ਸ਼ਲੋਕ ਬਖਸ਼ਿਸ਼ ਕੀਤਾ, ਫਰੀਦਾ ਕੰਤ ਰੰਗਾਵਲਾ ਵੱਡਾ ਬੇਮੋਹਤਾਜ, ਅੱਲਾ ਛੇਤੀ ਰਤਿਆ ਇਹ ਸਚਾਵਾਂ ਸਾਜ। ਕੱਲ ਦੇ ਦੀਵਾਨਾਂ ਵਿੱਚ ਆਪ ਸੰਗਤ ਨੇ ਇੱਕ ਸ਼ਲੋਕ ਵਿਚਾਰਿਆ ਸੀ, ਫਰੀਦਾ ਪਿਛੜ ਰਾਤ ਨਾ ਜਾਗਿਓ ਜੀ ਵੰਦੜੋ ਮੋਇਓ ਹੈ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਹੁਣ ਉਸ ਸ਼ਲੋਕ ਨੂੰ ਵਿਸਥਾਰ ਕਰਨ ਦੇ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆ ਉਪਦੇਸ਼ ਦਿੱਤਾ ਕਿ ਕੰਤ ਰੰਗਾਵਲਾ, ਕਿਉਂਕਿ ਜੇ ਤੈਂ ਰੱਬ ਵਿਸਾਰਿਓ ਤਾਂ ਰੱਬ ਨਾ ਵਿਸਰਿਓ ਹੈ। ਇਹ ਭੁਲੇਖਾ ਛੱਡ ਦੇ ਕਿ ਜੇ ਤੂੰ ਰੱਬ ਨੂੰ ਵਿਸਾਰ ਕੇ ਬੈਠਾ ਹੈ ਤੇ ਰੱਬ ਨੇ ਤੇਰੇ ਵੱਲੋਂ ਧਿਆਨ ਵੀ ਹਟਾ ਲੈਣਾ। ਤੇਰੇ ਉੱਤੇ ਨਜ਼ਰ ਉਹਦੀ ਪੱਕੀ ਹੈ, ਉਹ ਆਪਣੀ ਨਜ਼ਰ ਤੇਰੇ ਉੱਤੇ ਰੱਖ ਕੇ ਬੈਠਾ, ਤੈਨੂੰ ਹਰ ਟਾਈਮ ਉਹ ਨੋਟ ਕਰ ਰਿਹਾ, ਤੈਨੂੰ ਹਰ ਸਮੇਂ ਉਹ ਵੇਖ ਰਿਹਾ। ਜੇ ਤੂੰ ਰੱਬ ਵਿਸਾਰ ਕੇ ਬੈਠਾ ਹੈ ਤੇ ਰੱਬ ਨਹੀਂ ਤੈਨੂੰ ਵਿਸਾਰ ਕੇ ਬੈਠਾ, ਰੱਬ ਤੈਨੂੰ ਫਿਰ ਵੀ ਜਿਹੜਾ ਉਹ ਆਪਣੇ ਚੇਤੇ ਆਪਣੇ ਚਿੰਤਨ ਵਿੱਚ ਰੱਖ ਕੇ ਬੈਠਾ, ਉਹ ਫਿਰ ਵੀ ਆਪਣੀ ਨਜ਼ਰ ਤੇਰੇ ਉੱਤੇ ਰੱਖ ਕੇ ਬੈਠਾ ਹੈ। ਚਾਹੇ ਇਉਂ ਕਹਿ ਲਓ ਵੀ ਉਹ ਸਾਡੇ ਕਰਮਾਂ ਵੱਲ ਫਿਰ ਵੀ ਖਿਆਲ ਰੱਖ ਰਿਹਾ। ਅਸੀਂ ਰੱਬ ਵਿਸਾਰ ਕੇ ਬੈਠੇ ਹਾਂ ਪਰ ਰੱਬ ਨੇ ਸਾਨੂੰ ਨਹੀਂ ਵਿਸਾਰਿਆ, ਉਹ ਫਿਰ ਵੀ ਸਾਡੀ ਪਰਵਰਿਸ਼ ਕਰ ਰਿਹਾ। ਅਸੀਂ ਰੱਬ ਨੂੰ ਭੁਲਾ ਕੇ ਬੈਠੇ ਹਾਂ ਪਰ ਰੱਬ ਨੇ ਸਾਨੂੰ ਨਹੀਂ ਭੁਲਾਇਆ, ਉਹ ਸਾਡੀ ਸੰਭਾਲ ਫਿਰ ਵੀ ਕਰ ਰਿਹਾ। ਅਸੀਂ ਰੱਬ ਨੂੰ ਚੇਤੇ ਨਹੀਂ ਕੀਤਾ ਪਰ ਰੱਬ ਨੇ ਸਾਡੇ ਹਰ ਪੱਖ ਤੋਂ, ਜੀਵਨ ਦੀ ਹਰ ਰੌ ਤੋਂ, ਜੀਵਨ ਦੇ ਹਰ ਵੇ ਤੋਂ ਉਹਨੇ ਸਾਡੀ ਸੰਭਾਲ ਕੀਤੀ ਹੈ। ਇਹ ਨਹੀਂ ਹੈ ਵੀ ਜਿਹੜਾ ਰੱਬ ਨੂੰ ਚੇਤੇ ਕਰਦਾ ਰੱਬ ਉਹਦੀ ਸੰਭਾਲ ਕਰਦਾ, ਤੇ ਰੱਬ ਨੂੰ ਜਿਹੜਾ ਚੇਤੇ ਨਹੀਂ ਕਰਦਾ ਤੇ ਰੱਬ ਉਹਦੀ ਸੰਭਾਲ ਨਹੀਂ ਕਰਦਾ। ਇੱਥੇ ਸੰਭਾਲ ਦੇ ਅਰਥ ਆਪਾਂ ਦੋ ਰੂਪ ਵਿੱਚ ਕਰਦੇ ਹਾਂ। ਇੱਕ ਤੇ ਸੰਭਾਲ ਉਹ ਵੀ ਉਹ ਸਾਡੇ ਉੱਤੇ ਫਿਰ ਵੀ ਆਪਣੀ ਨਜ਼ਰ ਰੱਖ ਕੇ ਬੈਠਾ ਹੈ, ਸਾਡੇ ਉੱਤੇ ਉਹਨੇ ਆਪਣੀ ਨਜ਼ਰ ਟਿਕਾਈ ਹੋਈ ਹੈ। ਉਹ ਅਜੇ ਵੀ ਸਾਡੇ ਹਰ ਕਰਮ ਦੇ ਉੱਤੇ ਆਪਣੀ ਨਿਗਾਹ ਟਿਕਾ ਕੇ ਬੈਠਾ ਹੈ, ਸਾਡੇ ਹਰ ਕਰਮ ਵੱਲ ਉਹਦਾ ਖਿਆਲ ਹੈ, ਸਾਡੇ ਹਰ ਕਰਮ ਵੱਲ ਉਹਦਾ ਧਿਆਨ ਹੈ। ਉਹ ਅੱਜ ਵੀ ਸਾਡੇ ਹਰ ਕਰਮ ਉੱਤੇ ਝਾਤ ਪਿਆ ਮਾਰਦਾ ਹੈ ਤੇ ਦੂਜੀ ਤਰੀਕੇ ਦੇ ਨਾਲ ਉਹ ਸਾਡੀ ਫਿਰ ਵੀ ਸੰਭਾਲ ਕਰ ਰਿਹਾ ਹੈ। ਭਾਵ ਸਾਡਾ ਪਰਵਰਿਸ਼ ਦਾ ਖਿਆਲ ਵੀ ਉਹਨੇ ਰੱਖਿਆ, ਸਾਡੇ ਭੋਜਨ ਪਾਣੀ ਦਾ ਖਿਆਲ ਵੀ ਉਹਨੇ ਰੱਖਿਆ, ਸਾਡੀ ਹਰ ਤਰੀਕੇ ਨਾਲ ਜਿਹੜੀ ਪਰਵਰਿਸ਼ ਹੈ ਉਹ ਮਾਲਕ ਫਿਰ ਵੀ ਕਰ ਰਿਹਾ। ਜੇ ਅਸੀਂ ਰੱਬ ਭੁਲਾ ਕੇ ਬੈਠੇ ਹਾਂ, ਰੱਬ ਨੇ ਸਾਨੂੰ ਨਹੀਂ ਵਿਸਾਰਿਆ। ਹੁਣ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਦਿੱਤਾ, ਕਹਿੰਦੇ ਭਾਈ ਤੂੰ ਰੱਬ ਵਿਸਾਰ ਕੇ ਬੈਠ ਗਿਆ, ਇੱਕ ਖਿਆਲ ਕਰੀ ਤੇਰੇ ਵਿਸਾਰ ਦੇਣ ਨਾਲ ਰੱਬ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਕੰਤ ਰੰਗਾਵਲਾ ਵੱਡਾ ਬੇਮੋਹਤਾਜ, ਉਹਨੂੰ ਮੁਹਤਾਜਗੀ ਥੋੜੀ ਹੈ ਕਿਸੇ ਗੱਲ ਦੀ। ਇੱਕ ਗਿਆ ਇੱਥੇ ਖਿਆਲ ਰੱਖਿਓ, ਰੱਬ ਨੂੰ ਅਸੀਂ ਚੇਤੇ ਕਰਦੇ ਹਾਂ ਜਾਂ ਰੱਬ ਨੂੰ ਅਸੀਂ ਭੁਲਾ ਦਈਏ, ਸਾਡੇ ਚੇਤੇ ਕਰਨ ਦੇ ਨਾਲ ਜਾਂ ਸਾਡੇ ਭੁੱਲ ਜਾਣ ਦੇ ਨਾਲ, ਸਾਡੇ ਭੁਲਾ ਦੇਣ ਦੇ ਨਾਲ ਰੱਬ ਦਾ ਕੁਛ ਨਹੀਂ ਜੇ ਘਟਣਾ ਤੇ ਨਾ ਹੀ ਕੁਝ ਵਧਣਾ। ਚਾਹੇ ਅਸੀਂ ਰੱਬ ਨੂੰ ਚੇਤੇ ਕਰੀਏ ਤੇ ਭਾਵੇਂ ਨਾ ਕਰੀਏ, ਸਾਡੇ ਚੇਤੇ ਕਰਨ ਨਾਲ ਰੱਬ ਦਾ ਕੁਛ ਵਧਣ ਨਹੀਂ ਲੱਗਾ। ਵੀ ਰੱਬ ਨੂੰ ਅਸੀਂ ਕਵਾਂਗੇ ਲੈ ਰੱਬਾ ਜੇ ਮੈਂ ਚੇਤੇ ਨਹੀਂ ਕਰਦਾ ਤੇ ਤੈਨੂੰ ਆ ਘਾਟਾ ਪੈ ਜਾਣਾ ਸੀ, ਨਹੀਂ। ਜਾਂ ਰੱਬ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਰੱਬਾ ਵੇਖਿਆ ਮੈਂ ਤੈਨੂੰ ਚੇਤੇ ਕਰਨਾ ਛੱਡ ਦਿੱਤਾ ਤੇ ਤੈਨੂੰ ਕਿੰਨਾ ਘਾਟਾ ਪੈਣ ਲੱਗ ਪਿਆ, ਜਾਂ ਮੈਂ ਤੈਨੂੰ ਚੇਤੇ ਕਰਨ ਲੱਗ ਪਿਆ ਤੇ ਤੈਨੂੰ ਕਿੰਨਾ ਲਾਭ ਹੋਣ ਲੱਗ ਪਿਆ। ਇਹ ਅਸੀਂ ਕਦੇ ਵੀ ਲਫ਼ਜ਼ ਅਕਾਲ ਪੁਰਖ ਪਰਮੇਸ਼ਵਰ ਨੂੰ ਸੰਬੋਧਨ ਕਰਕੇ
ਨਹੀਂ ਵਰਤ ਸਕਦੇ। ਇਹਦੇ ਤੋਂ ਬਿਲਕੁਲ ਆਪੋਜ਼ਿਟ ਆ ਜਾਓ। ਮੈਂ ਰੱਬ ਨੂੰ ਚੇਤੇ ਕਰਾਂਗਾ, ਜਿਹੜਾ ਲਾਭ ਹੋਏਗਾ ਉਹ ਮੈਨੂੰ ਹੋਏਗਾ, ਰੱਬ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਤੇ ਜੇ ਮੈਂ ਰੱਬ ਨੂੰ ਚੇਤੇ ਨਹੀਂ ਕਰਦਾ ਤੇ ਜੇ ਘਾਟਾ ਵੀ ਪਏਗਾ, ਲਾਸ ਵੀ ਹੋਏਗਾ ਤੇ ਮੈਨੂੰ ਹੋਏਗਾ, ਰੱਬ ਨੂੰ ਕੋਈ ਲਾਸ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਉਂਦਿਆਂ ਬਚਨ ਵਰਤ ਦਿੱਤੇ ਨੇ, ਭਾਈ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹ ਅਕਾਲ ਪੁਰਖ ਪਰਮੇਸ਼ਵਰ ਐਸਾ ਹੈ ਕਿ ਜੇ ਉਹਨੂੰ ਸਾਰੇ ਜਣੇ ਮਿਲ ਕੇ ਗਾਉਣ ਵੀ ਲੱਗ ਜਾਣ, ਉਹਨੇ ਵੱਡਾ ਨਹੀਂ ਹੋਣਾ। ਤੇ ਜੇ ਸਾਰੇ ਜਣੇ ਸਲਾਹ ਕਰ ਲੈਣ, ਮਸ਼ਵਰਾ ਕਰ ਲੈਣ ਵੀ ਆਪਾਂ ਰੱਬ ਨੂੰ ਚੇਤੇ ਨਹੀਂ ਕਰਨਾ, ਆਪਾਂ ਰੱਬ ਦੀ ਯਾਦ 'ਚ ਹੁਣ ਜੁੜਿਆ ਨਹੀਂ ਕਰਨਾ, ਆਪਾਂ ਰੱਬ ਦਾ ਚਿੰਤਨ ਨਹੀਂ ਕਰਿਆ ਕਰਨਾ, ਜੇ ਸਾਰੇ ਮਸ਼ਵਰਾ ਕਰਕੇ ਇਹ ਵੀ ਨਤੀਜਾ ਕੱਢ ਲੈਣ, ਇਸ ਨਤੀਜੇ ਉੱਤੇ ਵੀ ਉਹ ਆ ਜਾਣ, ਤੇ ਉਹਦਾ ਕੁਝ ਘਟਣ ਵੀ ਨਹੀਂ ਲੱਗਾ, ਨਾ ਉਹਦਾ ਕੁਝ ਵਧਣਾ ਚੇਤੇ ਕਰਨ ਦੇ ਨਾਲ ਤੇ ਨਾ ਹੀ ਉਹਦਾ ਕੁਝ ਘਟਣਾ ਸਾਡੇ ਚੇਤੇ ਨਾ ਕਰਨ ਦੇ ਨਾਲ। ਹਾਂ, ਪਰ ਜੇ ਅਸੀਂ ਚੇਤੇ ਕਰਦੇ ਹਾਂ ਸਾਨੂੰ ਬਹੁਤ ਕੁਝ ਮਿਲੇਗਾ। ਅਸੀਂ ਚੇਤੇ ਨਹੀਂ ਕਰਦੇ ਤੇ ਅਸੀਂ ਆਪਣੇ ਜੀਵਨ 'ਚ ਗਵਾਹ ਵੀ ਬਹੁਤ ਕੁਝ ਲਵਾਂਗੇ। ਚੇਤੇ ਕਰਨ ਦੇ ਨਾਲ ਇਹ ਨਹੀਂ ਕਿ ਸਾਨੂੰ ਦੁਨਿਆਵੀ ਪਦਾਰਥ ਜਾਂ ਦੁਨਿਆਵੀ ਵਸਤੂਆਂ ਮਿਲਣਗੀਆਂ। ਜੇ ਦੁਨਿਆਵੀ ਵਸਤੂਆਂ ਤੇ ਪਦਾਰਥਾਂ ਦੀ ਬਾਤ ਕਰਾਂਗੇ, ਮਿਲਦੀਆਂ ਉਹ ਵੀ ਨੇ, ਪਰ ਚੇਤੇ ਕਰਨ ਦੇ ਨਾਲ ਸਾਨੂੰ ਆਪਣੇ ਜੀਵਨ ਦੇ ਅੰਦਰ ਚੰਗੇ ਗੁਣਾਂ ਦੀਆਂ ਦਾਤਾਂ ਮਿਲਦੀਆਂ ਨੇ। ਚੰਗੇ ਗੁਣ ਸਾਡੇ ਜੀਵਨ ਵਿੱਚ ਭਰ ਜਾਂਦੇ ਨੇ। ਜਿਵੇਂ ਕਹਿ ਲਈਏ ਜ਼ਿੰਦਗੀ ਵਿੱਚ ਸਹਿਜ ਆ ਗਿਆ, ਜ਼ਿੰਦਗੀ ਵਿੱਚ ਧਰਮ ਆ ਗਿਆ, ਜ਼ਿੰਦਗੀ ਵਿੱਚ ਧੀਰਜ ਆ ਗਿਆ, ਜ਼ਿੰਦਗੀ ਵਿੱਚ ਸੰਤੋਖ ਆ ਗਿਆ, ਜੀਵਨ ਦੇ ਅੰਦਰ ਦਇਆ ਭਰਪੂਰ ਹੋ ਗਈ, ਜੀਵਨ ਦੇ ਅੰਦਰ ਇਨਸਾਨੀਅਤ ਜਿਹੜੀ ਉਹ ਸਾਰੀ ਭਰ ਗਈ ਜਦੋਂ ਅਸੀਂ ਰੱਬ ਨੂੰ ਚੇਤੇ ਕੀਤਾ। ਹੁਣ ਜਦੋਂ ਰੱਬ ਦੀ ਯਾਦ ਨੂੰ ਅਸੀਂ ਭੁਲਾਤਾ, ਹੁਣ ਇਹ ਸਾਰੀਆਂ ਚੀਜ਼ਾਂ ਚਲੀਆਂ ਜਾਣਗੀਆਂ। ਨਾ ਸਾਡੇ ਕੋਲ ਧਰਮ ਹੈ, ਨਾ ਸਾਡੇ ਕੋਲ ਧੀਰਜ ਹੈ, ਨਾ ਸਾਡੇ ਕੋਲ ਸਬਰ ਤੇ ਨਾ ਸੰਤੋਖ, ਨਾ ਹੀ ਸਾਡੇ ਕੋਲ ਦਇਆ ਤੇ ਨਾ ਹੀ ਸਾਡੇ ਕੋਲ ਇਨਸਾਨੀਅਤ। ਆਹ ਲਾਸ ਹੈ ਜਿਹੜਾ ਸਾਨੂੰ ਰੱਬ ਨੂੰ ਵਿਸਾਰ ਕੇ ਹੋ ਰਿਹਾ। ਰੱਬ ਨੂੰ ਚੇਤੇ ਕਰਨ ਦੇ ਨਾਲ ਜੀਵ ਦੇ ਜੀਵਨ ਦੇ ਅੰਦਰ ਚੰਗੇ ਗੁਣ ਜਿਹੜੇ ਉਹ ਪੈਦਾ ਹੁੰਦੇ ਨੇ ਤੇ ਉਹ ਜੀਵ ਨੂੰ ਲਾਭ ਹੈ, ਉਹ ਜੀਵ ਨੂੰ ਪ੍ਰੋਫਿਟ ਹੈ ਜਿਹੜਾ ਰੱਬ ਨੂੰ ਚੇਤੇ ਕਰਨ ਨਾਲ ਹੋ ਰਿਹਾ। ਤੇ ਜਦੋਂ ਉਹ ਰੱਬ ਦੇ ਜਿਹੜੀ ਯਾਦ ਹੈ, ਰੱਬ ਦਾ ਚਿੰਤਨ ਹੈ, ਉਹਨੂੰ ਜੀਵ ਆਪਣੇ ਜੀਵਨ ਚੋਂ ਵਿਸਾਰ ਦਿੰਦਾ ਹੈ, ਫਿਰ ਘਾਟਾ ਜੋ ਪੈਂਦਾ ਉਹ ਆਹੀ ਘਾਟਾ ਹੈ ਕਿ ਚੰਗੇ ਗੁਣ ਜੀਵਨ ਚੋਂ ਚਲੇ ਜਾਂਦੇ ਨੇ ਤੇ ਜਿਹੜੇ ਮਾੜੇ ਔਗਣ ਨੇ ਉਹ ਜ਼ਿੰਦਗੀ ਦੇ ਅੰਦਰ ਭਰਪੂਰ ਹੋਈ ਜਾਂਦੇ। ਜੀਵਨ ਦੇ ਵਿੱਚ ਔਗਣ ਜੀਵ ਇਕੱਠੇ ਕਰੀ ਜਾਂਦਾ, ਇਕੱਤਰ ਕਰੀ ਜਾਂਦਾ ਤੇ ਇੱਕ ਦਿਨ ਔਗਣਾਂ ਦਾ ਭੰਡਾਰ ਬਣ ਜਾਂਦਾ ਹੈ। ਬਾਬਾ ਫਰੀਦ ਜੀ ਨੇ ਅੱਜ ਜ਼ਿਕਰ ਕੀਤਾ। ਬਾਬਾ ਫਰੀਦ ਜੀ ਦਾ ਨਾਮ ਵਰਤਦਿਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਰੇ ਕਹਿੰਦੇ, ਭਾਈ ਕੰਤ ਰੰਗਾਵਲਾ, ਸਭ ਤੋਂ ਪਹਿਲਾਂ ਇਹ ਖਿਆਲ ਰੱਖ, ਰੱਬ ਜਿਹੜਾ ਉਹ ਬੜਾ ਰੰਗਾਵਲ ਹੈ, ਵੱਡਾ ਹੈ ਵੀ ਬਹੁਤ ਵੱਡਾ। ਉਹ ਬੇਮੋਹਤਾਜ, ਸਭ ਤੋਂ ਵੱਡਾ ਗੁਣ ਉਹਦੇ ਜੀਵਨ ਦਾ ਉਹ ਬੇਮੋਹਤਾਜ ਹੈ। ਉਹਨੂੰ ਕਿਸੇ ਦੀ ਮੁਹਤਾਜਗੀ ਨਹੀਂ ਹੈ, ਕਿਉਂਕਿ ਜੇ ਮੁਹਤਾਜਗੀ ਹੁੰਦੀ ਨਾ ਤੇ ਫਿਰ ਰੱਬ ਜਿਸ ਦਾ ਮੁਹਤਾਜ ਬਣਦਾ ਉਹ ਆਪਣੇ ਤਰੀਕੇ ਨਾਲ ਹਰ ਕਰਮ ਕਰਵਾਉਂਦਾ ਰੱਬ ਤੋਂ। ਜਿਵੇਂ ਆਪਾਂ ਦੁਨਿਆਵੀ ਤੌਰ ਤੇ ਜਾਂ ਸੰਸਾਰਕ ਤੌਰ ਤੇ ਵੇਖਦੇ ਹਾਂ, ਹਰ ਇਨਸਾਨ ਕਿਸੇ ਨਾ ਕਿਸੇ ਦਾ ਮੁਹਤਾਜ ਹੈ, ਕਿਸੇ ਨਾ ਕਿਸੇ ਮਨੁੱਖ ਦਾ ਕਹਿ ਲਓ। ਜੇ ਮਨੁੱਖ ਦਾ ਮੁਹਤਾਜ ਨਹੀਂ ਤੇ ਵਸਤੂਆਂ ਦਾ ਮੁਹਤਾਜ ਹੈ, ਇਹ ਵਸਤੂਆਂ ਦਾ ਮੁਹਤਾਜ ਨਹੀਂ ਧਨ ਦਾ ਮੁਹਤਾਜ ਹੈ। ਹਰ ਇਨਸਾਨ ਕਿਤੇ ਨਾ ਕਿਤੇ ਜਾ ਕੇ ਮੁਹਤਾਜ ਹੈ, ਇਹਦੇ ਕੋਲ ਮੁਹਤਾਜਗੀ ਹੈ ਕਿਸੇ ਨਾ ਕਿਸੇ ਚੀਜ਼ ਦੀ। ਤੇ ਹੁਣ ਜਿਹੜੀ ਚੀਜ਼ ਦਾ ਮੁਹਤਾਜ ਹੈ ਉਹਦੇ ਤੋਂ ਬਿਨਾਂ ਇਨਸਾਨ ਇੱਕ ਕਦਮ ਵੀ ਨਹੀਂ ਚੱਲ ਸਕਦਾ। ਸਭ ਤੋਂ ਵੱਡਾ ਜਿਹੜਾ ਆਪਾਂ ਜੇ ਆਪਣੇ ਜੀਵਨ 'ਚ ਉਦਾਹਰਨ ਵੇਖਣੀ ਤੇ ਇਨਸਾਨ ਆਪਣੀ ਜ਼ਿੰਦਗੀ ਤੇ ਸਭ ਤੋਂ ਵੱਡਾ ਮੁਹਤਾਜ ਲਾਈਟ ਦਾ ਹੈ, ਬਿਜਲੀ ਦਾ। ਕਿੱਡੀ ਵੱਡੀ ਮੁਹਤਾਜਗੀ ਹੈ, ਲਾਈਟ ਚਲੀ ਜਾਏ ਸਾਰੇ ਕੰਮ ਛੱਡ ਕੇ ਬਹਿ ਜਾਂਦਾ। ਮੁਹਤਾਜਗੀ ਹੈ। ਜੇ ਲਾਈਟ ਹੈ ਤੇ ਇਹਦੇ ਕੰਮਕਾਰ ਚੱਲ ਰਹੇ ਨੇ, ਜੇ ਲਾਈਟ ਨਹੀਂ ਤੇ ਇਹ ਚੁੱਪ ਕਰਕੇ ਬੈਠਾ। ਸਭ ਤੋਂ ਵੱਡੀ ਮੁਹਤਾਜਗੀ ਹੈ ਨਾ। ਜੇ ਉਹਦੀ ਮੁਹਤਾਜਗੀ ਨਾ ਹੁੰਦੀ, ਲਾਈਟ ਆਵੇ ਲਾਈਟ ਜਾਵੇ ਕੋਈ ਪਰਵਾਹ ਨਹੀਂ। ਜੇ ਮੁਹਤਾਜਗੀ ਸੀ ਤਾਂ ਹੀ ਤੇ ਇਹਨੇ ਇਸ ਤਰ੍ਹਾਂ ਦੇ ਇੰਤਜ਼ਾਮ ਤੇ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਨਾ।
ਵੀ ਲਾਈਟ ਭਾਵੇਂ ਬੰਦ ਹੋਵੇ ਤੇ ਲਾਈਟ ਭਾਵੇਂ ਆ ਜਾਏ, ਪਰ ਮੇਰੇ ਘਰ ਦੇ ਵਿੱਚ ਜਾਂ ਮੇਰੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਮੈਂ ਯੰਤਰ ਜਿਹੜੇ ਇੰਸਟਰੂਮੈਂਟ ਨੇ ਮੈਂ ਉਹ ਵਰਤੀ ਉਦਾਂ ਦੇ ਲਈ ਵੀ ਮੈਂ ਘਰ ਦੇ ਵਿੱਚ ਜਨਰੇਟਰ ਦੀ ਵਰਤੋਂ ਕਰ ਲਈ ਜਾਂ ਘਰ ਦੇ ਵਿੱਚ ਇਨਵੇਟਰ ਦੀ ਵਰਤੋਂ ਕਰ ਲਈ ਕਿਸੇ ਤਰੀਕੇ ਦੇ ਨਾਲ। ਇਹ ਮੁਹਤਾਜ਼ਗੀ ਦੀ ਨਿਸ਼ਾਨੀ ਹੈ ਕਿ ਇਨਸਾਨ ਆਪਣੇ ਜੀਵਨ ਦੇ ਅੰਦਰ ਕਿਤੇ ਨਾ ਕਿਤੇ ਹਰ ਚੀਜ਼ ਦਾ ਮੁਹਤਾਜ ਹੈ, ਹਰ ਵਸਤੂ ਦਾ ਮੁਹਤਾਜ ਹਰ ਇਨਸਾਨ। ਹੁਣ ਵੇਖ ਲਓ, ਜੇ ਆਪਾਂ ਇਸ ਮੌਸਮ ਦੇ ਵਿੱਚ ਹੀ ਗੱਲ ਕਰਾਂਗੇ, ਲਾਈਟ ਚਲੀ ਜਾਏ ਤੇ ਇਨਸਾਨ ਕਿੰਨਾ ਜ਼ਿਆਦਾ ਮੁਸ਼ਕਲ ਦੇ ਵਿੱਚ ਬੈਠ ਜਾਂਦਾ ਹੈ, ਕਿੰਨੀ ਜ਼ਿਆਦਾ ਇਹਦੇ ਲਈ ਮੁਸ਼ਕਲ ਖੜੀ ਹੋ ਜਾਂਦੀ। ਪੱਖਾ ਵੀ ਬੰਦ ਹੋ ਗਿਆ, ਕੂਲਰ ਵੀ ਬੰਦ ਹੋ ਗਿਆ, 에ਅਰ ਕੰਡੀਸ਼ਨਰ ਵੀ ਬੰਦ ਹੋ ਗਿਆ, ਸਭ ਕੁਝ ਬੰਦ ਹੋ ਗਿਆ। ਇਨਸਾਨ ਵਿਚਾਰਾ ਪਸੀਨੇ ਨਾਲ ਭਿੱਜਿਆ, ਫਿਰ ਬੜਾ ਜ਼ਿਆਦਾ ਕੁਰਲਾਉਂਦਾ। ਮੁਹਤਾਜ਼ਗੀ ਹੈ। ਤੇ ਮਾਲਕ ਪਾਤਸ਼ਾਹ ਕਹਿੰਦੇ ਖਿਆਲ ਰੱਖੀ, ਰੱਬ ਬੇਮੁਹਤਾਜ ਹੈ। ਤੂੰ ਇਹ ਨਾ ਸੋਚ ਵੀ ਤੂੰ ਚੇਤੇ ਕਰੇਗਾ ਤੇ ਰੱਬ ਬੜਾ ਖੁਸ਼ ਹੈ, ਤੂੰ ਚੇਤੇ ਨਹੀਂ ਕਰੇਗਾ ਤੇ ਰੱਬ ਨੂੰ ਪ੍ਰਸੰਨਤਾ ਨਹੀਂ। ਉਹ ਤੇ ਇੱਕੋ ਜਿਹਾ ਹੀ ਹੈ ਨਾ ਹਰ ਵਕਤ, ਉਹਨੂੰ ਤੇ ਕੋਈ ਕਿਸੇ ਦੀ ਮੁਹਤਾਜ਼ਗੀ ਨਹੀਂ ਹੈ, ਉਹ ਤੇ ਹੈ ਹੀ ਬੇਮੁਹਤਾਜ। ਮੇਰੇ ਮਾਲਕ ਜੀ ਨੇ ਬਾਣੀ 'ਚ ਲਫ਼ਜ਼ ਵਰਤਿਆ ਸੀ, ਕਹਿੰਦੇ ਬੇਮੁਹਤਾਜ ਪੂਰਾ ਪਾਤਸ਼ਾਹ। ਉਹ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਹੈ ਨਾ, ਉਹ ਬੇਮੁਹਤਾਜ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਤੇ ਉਹਨੂੰ ਸਿਮਰਨ ਵਾਲੇ, ਉਹਨੂੰ ਚੇਤੇ ਕਰਨ ਵਾਲਿਆਂ ਲਈ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ। ਜਿਹੜੇ ਰੱਬ ਨੂੰ ਸਿਮਰਨ ਲੱਗ ਜਾਂਦੇ ਨੇ, ਚੇਤੇ ਕਰਨ ਲੱਗ ਜਾਂਦੇ, ਉਹ ਵੀ ਬੇਮੁਹਤਾਜ ਹੀ ਹੋ ਜਾਂਦੇ ਨੇ। ਉਹਨਾਂ ਨੂੰ ਵੀ ਕਿਸੇ ਦੀ ਮੁਹਤਾਜ਼ਗੀ ਉਹ ਰਹਿਣ ਨਹੀਂ ਦਿੰਦਾ। ਗੁਰਬਾਣੀ ਦਾ ਇੱਕ ਅਟਲ ਨੇਮ ਹੈ, ਜਿੱਥੇ ਆ ਕੇ ਸਤਿਗੁਰੂ ਨੇ ਸਾਨੂੰ ਇਹ ਸਮਝਾਤਾ, ਕਹਿੰਦੇ ਸੱਜਣਾ ਜ਼ਿੰਦਗੀ ਦੇ ਵਿੱਚ, ਜੀਵਨ ਵਿੱਚ ਜਦੋਂ ਕਿਸੇ ਦੀ ਆਰਾਧਨਾ ਕਰਨੀ ਹੈ ਤੂੰ, ਤੇ ਆਰਾਧਨਾ ਕਰਨ ਲੱਗਿਆ ਖਿਆਲ ਰੱਖੀ, ਜਿਹਦੀ ਆਰਾਧਨਾ ਕਰਨ ਲੱਗਾ ਪਹਿਲਾਂ ਉਹਦੇ ਜੀਵਨ ਦੀ ਪੜਚੋਲ ਕਰ ਲਈ, ਉਹ ਕਿਦਾਂ ਦਾ। ਪਹਿਲਾਂ ਉਹਦੇ ਬਾਰੇ 'ਚ, ਜਿਸ ਦੀ ਤੂੰ ਆਰਾਧਨਾ ਕਰਨ ਲੱਗਾ, ਜਿਹਦਾ ਚਿੰਤਨ ਕਰਨ ਲੱਗਾ, ਉਹਦੀ ਪੜਚੋਲ ਕਰ ਲਈ, ਉਹ ਕਿਦਾਂ ਦਾ। ਕਿਉਂਕਿ ਜਿਹਨੂੰ ਤੂੰ ਆਰਾਧਨਾ ਹੈ, ਇੱਕ ਦਿਨ ਆਏਗਾ ਜਿੱਦਣ ਤੇਰਾ ਜੀਵਨ ਉਹਦੇ ਵਰਗਾ ਹੀ ਬਣ ਜਾਣਾ। ਹੁਣ ਖਿਆਲ ਕਰਕੇ ਚੱਲੀ, ਤੂੰ ਆਰਾਧਨ ਕਿਹਨੂੰ ਲੱਗਾ। ਜਿਹਨੂੰ ਸਤਿਗੁਰੂ ਜੀ ਨੇ ਬਾਣੀ 'ਚ ਆਖਿਆ ਸੀ, ਜੈਸੋ ਸੇਵੈ ਤੈਸੋ ਹੋਵੇ। ਜਿੱਦਾਂ ਦੇ ਦੀ ਆਰਾਧਨਾ ਕਰੇਗਾ ਉਦਾਂ ਦਾ ਬਣ ਜਾਏਗਾ। ਜੇ ਬੇਮੁਹਤਾਜ ਦੀ ਆਰਾਧਨਾ ਕਰੇਗਾ ਤੇ ਬੇਮੁਹਤਾਜ ਹੋ ਜਾਏਗਾ। ਜਿਹਨੂੰ ਸਤਿਗੁਰੂ ਫਿਰ ਕਹਿ ਦਿੰਦੇ ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਦੀ ਆਰਾਧਨਾ ਕਰੇਗਾ ਤੇ ਨਿਰਭਉ ਹੋ ਜਾਏਗਾ, ਜੀਵਨ ਵਿੱਚੋਂ ਡਰ ਮੁੱਕ ਜਾਏਗਾ। ਤੇ ਸੱਜਣਾ, ਜੇ ਆਰਾਧਨਾ ਹੀ ਉਹਨਾਂ ਦੀ ਕਰਦਾ ਰਿਹਾ ਜਿਹੜੇ ਆਪ ਮੁਹਤਾਜ ਨੇ, ਤੇ ਜਿਹੜੇ ਆਪ ਕਿਸੇ ਅੱਗੇ ਹੱਥ ਅੱਡਦੇ ਫਿਰਦੇ, ਕਿਸੇ ਅੱਗੇ ਝੋਲੀਆਂ ਅੱਡਦੇ ਫਿਰਦੇ ਨੇ, ਤੇ ਤੈਨੂੰ ਵੀ ਤੇ ਉਹਨਾਂ ਨੇ ਝੋਲੀ ਚੁੱਕ ਤੇ ਝੋਲੀਆਂ ਅੱਡਣ ਵਾਲਾ ਹੀ ਬਣਾਉਣਾ ਹੈ ਨਾ, ਕਿਉਂਕਿ ਉਹ ਆਪ ਝੋਲੀਆਂ ਅੱਡਦੇ ਫਿਰਦੇ ਤੇ ਤੈਨੂੰ ਵੀ ਝੋਲੀਆਂ ਅੱਡਣ ਲਾ ਦੇਣਗੇ। ਗੁਰੂ ਨਾਨਕ ਸਾਹਿਬ ਜੀ ਨੇ ਜਾਂ ਗੁਰਬਾਣੀ ਸਾਨੂੰ ਜਦੋਂ ਵੀ ਕਿਤੇ ਸੁਚੇਤ ਕਰਕੇ ਸਾਨੂੰ ਜਦੋਂ ਵੀ ਸਿੱਖਿਆ ਦਿੰਦੀ ਹੈ, ਤੇ ਗੁਰਬਾਣੀ ਸਾਨੂੰ ਇਸ ਤਰੀਕੇ ਨਾਲ ਸੁਚੇਤ ਕਰਦੀ ਵੀ ਸੱਜਣਾ, ਜਦੋਂ ਤੂੰ ਆਰਾਧਨਾ ਕਰਨੀ ਹੈ ਤੇ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਆਰਾਧਨਾ ਕਰੀ। ਕਿਉਂਕਿ ਜਦੋਂ ਪਰਮੇਸ਼ਵਰ ਦੀ ਆਰਾਧਨਾ ਕਰੇਗਾ ਤੇ ਤੇਰੇ ਜੀਵਨ ਵਿੱਚ ਉਹੀ ਗੁਣ ਆਉਣਗੇ ਜਿਹੜੇ ਪਰਮੇਸ਼ਵਰ ਕੋਲ ਨੇ। ਤੇ ਜੇ ਤੂੰ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਦੂਜੇ ਦੀ ਆਰਾਧਨਾ ਕਰਦਾ ਹੈ ਜਾਂ ਕਿਸੇ ਹੋਰ ਦੀ ਆਰਾਧਨਾ ਕਰਦਾ ਹੈ, ਤੇ ਸੱਜਣਾ ਖਿਆਲ ਕਰੀ ਫਿਰ ਉਹ ਗੁਣ ਆਉਣਗੇ ਜਿਹੜੇ ਉਹਦੇ ਕੋਲ ਹੋਣਗੇ। ਹੁਣ ਤੂੰ ਵੇਖ ਲਾ ਵੀ ਜਿਹਨੂੰ ਤੂੰ ਆਰਾਧਨ ਲੱਗਾ ਉਹ ਕਿਹੜੇ ਕਿਹੜੇ ਗੁਣਾਂ ਦਾ ਮਾਲਕ ਹੈ, ਤੇ ਉਹਦੇ ਵਿੱਚ ਕਿਹੜੇ ਔਗਣ ਨੇ, ਕਿਹੜੀਆਂ ਕਮੀਆਂ ਨੇ, ਤੇ ਕਿਹੜੀਆਂ ਉਹਦੇ ਵਿੱਚ ਚੰਗਿਆਈਆਂ ਨੇ ਜਿਹਦੀ ਤੂੰ ਆਰਾਧਨਾ ਕਰਨ ਲੱਗਾ। ਤੇ ਜਿਸ ਜਿਸ ਤਰ੍ਹਾਂ ਦੀਆਂ ਕਮੀਆਂ ਤੇ ਚੰਗਿਆਈਆਂ ਉਹਦੇ ਵਿੱਚ ਨੇ, ਉਦਾਂ ਦੀਆਂ ਕਮੀਆਂ ਔਰ ਚੰਗਿਆਈਆਂ ਵਾਸਤੇ ਤੂੰ ਵੀ ਤਿਆਰ ਰਹਿ, ਕਿਉਂਕਿ ਉਹ ਤੇਰੇ ਵਿੱਚ ਵੀ ਆਉਣੀਆਂ ਨੇ। ਤੇ ਜੇ ਰੱਬ ਨੂੰ ਆਰਾਧੇਗਾ, ਰੱਬ ਹੈ ਹੀ ਚੰਗਿਆਈ ਭਰਪੂਰ, ਉਹਦੇ 'ਚ ਤੇ ਕਮੀ ਕੋਈ ਵੀ ਨਹੀਂ। ਉਹਦੇ ਪ੍ਰਤੀ ਤੇ ਸਤਿਗੁਰੂ ਜੀ ਇਹ ਕਹਿੰਦੇ ਨਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸੱਜਣਾ, ਉਸ ਪੂਰੇ ਗੁਰੂ ਦੇ ਕੋਲੋਂ
एक उपदेश ग्रहण कर, एक सिੱਖਿਆ ਆਪਣੇ ਜੀਵਨ ਵਿੱਚ ਲੈ, ਜਿਸ ਸਿੱਖਿਆ ਦੇ ਨਾਲ ਕੀ ਹੋਏਗਾ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਤੈਨੂੰ ਨਿਕਟ ਨਜ਼ਰ ਆਵੇ, ਤੂੰ ਉਹਨੂੰ ਨਿਕਟ ਮਹਿਸੂਸ ਕਰ ਸਕੇ ਤੇ ਉਹਨੂੰ ਮਹਿਸੂਸ ਕਰਕੇ ਉਹਦੇ ਮਿਲਾਪ ਦਾ ਸੁੱਖ ਮਾਣ ਸਕੇ। ਕਿਉਂਕਿ ਉਹ ਹੈ ਬੜਾ ਬੇਮੋਹਤਾਜ ਤੇ ਵੱਡਾ ਬਹੁਤ ਹੈ। ਇੱਕ ਹੋਵੇ ਵੀ ਵੱਡਾ ਤੇ ਉਤੋਂ ਬੇਮੋਹਤਾਜ, ਉਹਨੂੰ ਪਰਵਾਹ ਕਿਹਦੀ ਹੈ। ਇੱਥੇ ਬੰਦਾ ਵੱਡਾ ਹੋ ਜਾਏ ਨਾ, ਵੱਡਾ ਹੋ ਜਾਏ ਤੇ ਇਹ ਪਰਵਾਹ ਕਰਨੀ ਛੱਡ ਦਿੰਦਾ ਹੈ ਉਹਨਾਂ ਦੀ ਜਿਨ੍ਹਾਂ ਦੀ ਕਦੇ ਇਹਨੂੰ ਲੋੜ ਸੀ। ਫਿਰ ਇਹ ਉਹਨਾਂ ਦੀ ਚਿੰਤਾ ਕਰਦਾ, ਉਹਨਾਂ ਦੀ ਪਰਵਾਹ ਕਰਦਾ ਜਿਨ੍ਹਾਂ ਦੀ ਹੁਣ ਇਹਨੂੰ ਮੁਹਤਾਜ਼ਗੀ ਹੈ। ਇਨਸਾਨ ਦੀ ਜ਼ਿੰਦਗੀ ਦੀ ਇਹ ਫਿਤਰਤ ਹੈ, ਸੋਚ ਦੀ ਇਹਦੀ ਫਿਤਰਤ ਹੈ ਕਿ ਇਹ ਸਿਰਫ ਉਹਨਾਂ ਬਾਰੇ ਹੀ ਸੋਚਦਾ ਜਿਨ੍ਹਾਂ ਦੀ ਮੁਹਤਾਜ਼ਗੀ ਹੈ। ਉਹਨਾਂ ਬਾਰੇ ਇਹਨੇ ਕਦੇ ਨਹੀਂ ਸੋਚਿਆ ਜਿਨ੍ਹਾਂ ਨੂੰ ਇਹਦੀ ਮੁਹਤਾਜ਼ਗੀ ਹੈ। ਕੇਵਲ ਉਹਨਾਂ ਬਾਰੇ ਸੋਚੇਗਾ ਜਿਨ੍ਹਾਂ ਕੋਲੋਂ ਇਹਨੇ ਕੰਮ ਲੈਣਾ ਹੈ, ਜਿਨ੍ਹਾਂ ਕੋਲੋਂ ਇਹਨੂੰ ਲਾਭ ਹੋ ਸਕਦਾ ਹੈ, ਜਿਨ੍ਹਾਂ ਨੂੰ ਇਹਦੇ ਕੋਲੋਂ ਲਾਭ ਹੈ, ਇਹ ਉਹਨਾਂ ਬਾਰੇ ਕਦੇ ਵੀ ਨਹੀਂ ਸੋਚਦਾ। ਇਹ ਇਨਸਾਨ ਦੀ ਇੱਕ ਫਿਤਰਤ ਹੈ, ਇਨਸਾਨੀ ਸੋਚ ਹੈ। ਤੇ ਮਾਲਕ ਦੇ ਕੋਲੋਂ ਸਾਨੂੰ ਹੀ ਲਾਭ ਹੈ, ਉਹਨੂੰ ਸਾਡੇ ਚੇਤੇ ਕਰਨ ਨਾਲ ਉਹਦਾ ਕੋਈ ਲਾਭ ਨਹੀਂ। ਅਸੀਂ ਮੁਹਤਾਜ ਹਾਂ ਉਹਦੇ, ਪਰ ਉਹ ਸਾਡਾ ਮੁਹਤਾਜ ਨਹੀਂ ਹੈ। ਉਹਨੂੰ ਸਾਡੀ ਮੁਹਤਾਜ਼ਗੀ ਨਹੀਂ ਕਿਸੇ ਪ੍ਰਕਾਰ ਵੀ, ਚਾਹੇ ਚੇਤੇ ਕਰਨ ਵਾਲੇ ਪਾਸੇ ਤੋਂ ਕਹਿ ਲਓ ਜਾਂ, ਕਿਉਂਕਿ ਮੰਗ ਤੇ ਅਸੀਂ ਰੱਬ ਕੋਲੋਂ ਹੀ ਰਹੇ ਹਾਂ ਨਾ। ਇਹ ਤੇ ਹੈ ਨਹੀਂ ਵੀ ਮੈਂ ਅੱਜ ਰੱਬ ਨੂੰ ਕਹਿਦਾ ਰੱਬ ਜੀ ਮੇਰਾ ਆਹ ਕਾਰਜ ਸਵਰ ਜਾਏ, ਮੈਂ ਤੁਹਾਨੂੰ ਆਹ ਕੁਛ ਦਿਆਂਗਾ। ਉਹਨੂੰ ਕਿਹੜਾ ਲੋੜ ਹੈ। ਇਹ ਤੇ ਕੇਵਲ ਅਸੀਂ ਇੱਕ ਕਹਿ ਲਓ ਵੀ ਉਸ ਰੱਬ ਦੇ ਅੱਗੇ ਜਾਂ ਗੁਰੂ ਅੱਗੇ ਇੱਕ ਕੰਡੀਸ਼ਨ ਰੱਖ ਰਹੇ ਹਾਂ, ਜੀ ਮੇਰਾ ਆਹ ਕਾਰਜ ਬਣ ਜਾਏ ਤੇ ਮੈਂ ਆਹ ਕੁਛ ਕਰਾਂਗਾ। ਹੁਣ ਉਹ ਜੋ ਕੁਝ ਮੈਂ ਕਰਨ ਲਈ ਕਹਿ ਰਿਹਾ, ਇਹਦਾ ਮਤਲਬ ਰੱਬ ਨੂੰ ਸਾਡੀਆਂ ਉਹਨਾਂ ਚੀਜ਼ਾਂ ਦੀ ਮੁਹਤਾਜ਼ਗੀ ਹੈ। ਜਾਂ ਤੇ ਇਹ ਮੰਨ ਲਈਏ ਵੀ ਰੱਬ ਸਾਡਾ ਉੱਥੇ ਮੁਹਤਾਜ ਹੈ, ਪਰ ਰੱਬ ਨੂੰ ਮੁਹਤਾਜ਼ਗੀ ਨਹੀਂ ਹੈ। ਉਹ ਤੇ ਜੇ ਅਸੀਂ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ, ਗੁਰੂ ਦੇ ਅੱਗੇ ਵੈਸੇ ਵੀ ਪੱਲਾ ਅੱਡ ਕੇ, ਝੋਲੀ ਅੱਡ ਕੇ ਮੰਗ ਲੈਂਦੇ, ਤੇ ਉਹ ਫਿਰ ਵੀ ਸਾਡੀ ਝੋਲੀ ਵਿੱਚ ਦਾਤ ਪਾਉਂਦਾ। ਤੇ ਉਸ ਮਾਲਕ ਨੂੰ ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਹੋਰ ਕਰ ਚੱਲਾਂ, ਜਦੋਂ ਅਸੀਂ ਮੰਗਣ ਲੱਗਦੇ ਹਾਂ, ਮੰਗਣ ਲੱਗਿਆਂ ਅਸੀਂ ਕਦੇ ਵੀ ਕਿਸੇ ਗਿਣਤੀ ਜਾਂ ਕਦੇ ਵੀ ਕਿਸੇ ਮਿਣਤੀ ਵਿੱਚ ਨਹੀਂ ਆਏ, ਤੇ ਫਿਰ ਚੇਤਾ ਰੱਖਿਆ ਕਰੋ ਜਿਹੜਾ ਦੇਣ ਵਾਲਾ ਹੈ ਨਾ, ਉਹਨੂੰ ਦੇਣ ਲੱਗਿਆਂ ਵੀ ਕਦੇ ਗਿਣਤੀ ਤੇ ਮਿਣਤੀ ਨਹੀਂ ਕਰਦਾ। ਤੇ ਫਿਰ ਸਾਡਾ ਇੰਨਾ ਕੁ ਫਰਜ਼ ਬਣਦਾ ਹੈ, ਇੰਨੀ ਕੁ ਜ਼ਿੰਮੇਵਾਰੀ ਬਣਦੀ ਹੈ ਕਿ ਦੇਣ ਵਾਲੇ ਨੂੰ ਜਦੋਂ ਅਸੀਂ ਚੇਤੇ ਕਰੀਏ, ਨਾ ਗਿਣੀਏ ਤੇ ਨਾ ਮਿਣੀਏ। ਨਾ ਫਿਰ ਉਹਨੂੰ ਚੇਤੇ ਕਰਨ ਲੱਗਿਆਂ ਅਸੀਂ ਗਿਣਦੇ ਰਹੀਏ, ਜਾਂ ਉਹਨੂੰ ਚੇਤੇ ਕਰਨ ਲੱਗਿਆਂ ਕਿਤੇ ਅਸੀਂ ਮਿਣਨ ਨਾ ਲੱਗ ਜਾਈਏ ਵੀ ਮੈਂ ਇੰਨਾ ਕੁ ਚੇਤੇ ਕਰ ਲਿਆ, ਇੰਨਾ ਕੁ ਰਹਿ ਗਿਆ, ਇੰਨਾ ਕੁ ਹੋਰ ਸਮਾਂ ਚੇਤੇ ਕਰਨਾ। ਨਹੀਂ, ਜੇ ਉਹ ਦੇਣ ਲੱਗਿਆਂ ਇਹਨਾਂ ਚੀਜ਼ਾਂ ਤੋਂ ਬੜੀ ਦੂਰ ਹੈ ਨਾ, ਤੇ ਫਿਰ ਸਾਨੂੰ ਉਹਨੂੰ ਚੇਤੇ ਕਰਨ ਲੱਗਿਆਂ ਵੀ ਇਹਨਾਂ ਚੀਜ਼ਾਂ ਤੋਂ ਕੋਹਾਂ ਦੂਰ ਹੀ ਰਹਿਣਾ ਚਾਹੀਦਾ ਹੈ। ਗਿਣ ਕੇ ਜਾਂ ਮਿਣ ਕੇ ਰੱਬ ਨੂੰ ਚੇਤੇ ਸਾਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਮੁਹਤਾਜ ਨਹੀਂ ਹੈ ਤੇ ਹੈ ਬੜਾ ਰੰਗਾਵਲਾ। ਉਹਦਾ ਹਰ ਕੌਤਕ ਰੰਗ ਨਾਲ ਭਰਿਆ ਹੋਇਆ ਹੈ, ਔਰ ਸਾਨੂੰ ਉਹਦੇ ਕੌਤਕਾਂ ਦੀ ਕੋਈ ਸਮਝ ਨਹੀਂ। ਬਸ ਉਹਦੇ ਕੌਤਕਾਂ ਪ੍ਰਤੀ ਤੇ ਗੁਰੂ ਨਾਨਕ ਸਾਹਿਬ ਇਹ ਕਹਿੰਦੇ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ। ਉਹਦੇ ਜਿਹੜੇ ਕੌਤਕ ਨੇ, ਉਹ ਸਾਰੇ ਦੇ ਸਾਰੇ ਕੌਤਕ ਜਦੋਂ ਅਸੀਂ ਵੇਖਦੇ ਹਾਂ, ਉਹਨਾਂ ਨੂੰ ਵੇਖ ਕੇ ਸਾਡੇ ਮਨ ਅੰਦਰ ਸਿਰਫ ਇੱਕ ਵਿਸਮਾਦ ਪੈਦਾ ਹੁੰਦਾ ਹੈ, ਹੈਰਾਨਗੀ ਪੈਦਾ ਹੁੰਦੀ ਹੈ। ਪਰ ਹੈ ਉਹ ਬਹੁਤ ਰੰਗਾਵਲਾ, ਉਹਦੇ ਕੌਤਕ ਬੜੇ ਰੰਗ ਭਰੇ ਹੋਏ ਨੇ। ਹਰ ਕੌਤਕ ਉਹਦਾ ਰੰਗ ਨਾਲ ਭਰਿਆ ਹੋਇਆ। ਕਿਸੇ ਕੌਤਕ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਰੱਬ ਜੀ ਇੱਥੇ ਆ ਕੇ ਤੁਸੀਂ ਬੇਰੰਗ ਕਰਤਾ। ਹਰ ਕੌਤਕ ਰੰਗ ਨਾਲ ਭਰਿਆ। ਜੀਵਾਂ ਨੂੰ ਬਣਾਉਣ ਵਾਲਾ ਕੌਤਕ ਰੰਗ ਨਾਲ ਭਰਿਆ, ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਕੌਤਕ ਰੰਗ ਨਾਲ ਭਰਿਆ। ਨਹੀਂ ਤੇ ਜੇ ਕੋਈ ਆਪਾਂ ਜੇ ਇਨਸਾਨੀ ਤੌਰ ਤੇ ਦੁਨਿਆਵੀ ਨਜ਼ਰੀਏ ਨਾਲ ਵੇਖੀਏ ਨਾ, ਇੱਕ ਬੰਦਾ ਜਿਹੜਾ ਸਾਡੇ ਕੋਲੋਂ ਰੋਜ਼ ਲੈ ਕੇ ਖਾਣ ਵਾਲਾ ਹੋਵੇ, ਰੋਜ਼ ਸਾਡੇ ਕੋਲੋਂ ਲੈ ਕੇ ਆਪਣੀ ਲੋੜ ਪੂਰੀ ਕਰਦਾ ਹੋਵੇ, ਇੱਕ ਦਿਨ ਕਿਤੇ ਸਾਨੂੰ ਪਤਾ ਲੱਗ ਜੇ ਨਾ ਸਾਡੀ ਪਿੱਠ ਪਿੱਛੇ ਅਪਸ਼ਬਦ ਬੋਲਦਾ, ਤੇ ਦੂਜੇ ਦਿਨ ਅਸੀਂ ਧੱਕੇ ਮਾਰ ਕੇ ਤੋਰ ਦੀਦਾ ਵੀ ਜਾ ਚਲਾ ਜਾ, ਹੁਣ ਸਾਡੇ ਕੋਲ ਮੰਗਣ ਨਾ ਹੀ। ਤੇ ਦੁਨੀਆ ਤੇ ਕਿੰਨੇ ਬੰਦੇ ਐਸੇ ਨੇ
ਜਿਹੜੇ ਰੱਬ ਪ੍ਰਤੀ ਵੀ ਅਪਸ਼ਬਦ ਵਰਤ ਰਹੇ, ਤੇ ਕੀ ਰੱਬ ਉਹਨਾਂ ਦੀ ਪਰਵਰਿਸ਼ ਨਹੀਂ ਕਰ ਰਿਹਾ? ਇਹ ਰੰਗਾਵਲਾ ਕੌਤਕ ਹੀ ਹੈ ਨਾ। ਚਲੋ ਉਹਨਾਂ ਨੇ ਰੱਬ ਨੂੰ ਚੇਤੇ ਕਰਦਿਆਂ ਅਪਸ਼ਬਦ ਬੋਲਦਿਆਂ ਚੇਤੇ ਜ਼ਰੂਰ ਕੀਤਾ ਵੀ ਰੱਬ ਹੈ, ਉਹਨਾਂ ਅਪਸ਼ਬਦ ਬੋਲੇ। ਦੁਨੀਆ ਤੇ ਉਹ ਵੀ ਐਸੇ ਹਨ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ, ਕਿ ਰੱਬ ਉਹਨਾਂ ਦੀ ਪਰਵਰਿਸ਼ ਨਹੀਂ ਕਰ ਰਿਹਾ। ਇਹ ਰੰਗਾਵਲਾ ਕੌਤਕ ਹੀ ਹੈ, ਰੰਗਾਵਲਾ ਕੌਤਕ ਹੀ ਹੈ ਨਾ। ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਹਿਤਾ ਸੀ ਔਗਣ ਕੋ ਨਾ ਚਿਤਾਰੈ, ਉਹ ਕਦੇ ਔਗਣਾ ਨੂੰ ਚਿਤਾਰਦਾ ਹੀ ਨਹੀਂ ਹੈ। ਇੱਕ ਰੰਗਾਵਲਾ ਕੌਤਕ ਹੈ। ਇਹ ਰੰਗਾਵਲਾ ਕੌਤਕ ਹੀ ਹੈ ਨਾ, ਉਹ ਪਤਿਤਾਂ ਨੂੰ ਵੀ ਪਾਵਨ ਕਰ ਦਿੰਦਾ ਹੈ। ਇਹ ਰੰਗਾਵਲਾ ਕੌਤਕ ਹੈ। ਉਹ ਜਿਹੜੇ ਸਾਰੀ ਜ਼ਿੰਦਗੀ ਆਪਣੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਵਿਕਾਰ ਔਰ ਕੇਵਲ ਤੇ ਕੇਵਲ ਆਪਣੇ ਜੀਵਨ ਦੇ ਅੰਦਰ ਪਾਪ ਹੀ ਕਮਾਉਂਦੇ ਰਹੇ, ਰੱਬ ਨੇ ਉਹ ਵੀ ਬਖਸ਼ ਦਿੱਤੇ। ਇਹ ਰੰਗਾਵਲਾ ਕੌਤਕ ਹੀ ਹੈ। ਫਰੀਦਾ ਕੰਤ ਰੰਗਾਵਲਾ, ਵੱਡਾ ਬੇਮੁਹਤਾਜ। ਉਹ ਬੇਮੁਹਤਾਜ ਹੈ, ਉਹਨੂੰ ਕਿਸੇ ਦੀ ਮੁਹਤਾਜ਼ਗੀ ਨਹੀਂ। ਅੱਲਾ ਛੇਤੀ ਰਤਿਆ ਇਹ ਸਚਾਵਾਂ ਸਾਜ। ਤੇ ਮਾਲਕ ਪਾਤਸ਼ਾਹ ਕਹਿੰਦੇ ਆਪਣੀ ਸਾਜਣਾ, ਆਪਣਾ ਜਿਹੜਾ ਵੇਸ ਹੈ ਉਹ ਵੀ ਇਦਾਂ ਦਾ ਕਰ, ਕਿਉਂਕਿ ਇਹੋ ਸੱਚਾ ਵੇਸ ਹੈ ਜੇ ਕਿਤੇ ਤੂੰ ਅੱਲਾ ਨਾਲ ਰਤਿਆ ਜਾਏ, ਅੱਲਾ ਨਾਲ ਤੂੰ ਰੰਗਿਆ ਜਾਏ, ਅੱਲਾ ਨਾਲ ਕਿਤੇ ਤੇਰਾ ਮਿਲਾਪ ਹੋ ਜਾਏ। ਜੇ ਅੱਲਾ ਨਾਲ ਕਿਤੇ ਤੂੰ ਮਿਲ ਜਾਏ, ਉਹਦੇ ਨਾਲ ਇੱਕ ਮਿਕਤਾ ਸੱਜਣਾ ਖੱਟ ਲਏ, ਤੇ ਫਿਰ ਉਹ ਤੈਨੂੰ ਵੀ ਬੇਮੁਹਤਾਜ ਹੀ ਕਰ ਦੇਗਾ। ਉਹਨੇ ਤੈਨੂੰ ਵੀ ਮੁਹਤਾਜ਼ਗੀ ਨਹੀਂ ਰਹਿਣ ਦੇਣੀ। ਫਿਰ ਉਹ ਮੁਹਤਾਜ਼ਗੀ ਕਿੱਦਾਂ ਭੰਨਦਾ? ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ RAM। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ RAM। ਉਹ ਮੁਹਤਾਜ਼ਗੀ ਇਸ ਤਰੀਕੇ ਨਾਲ ਤੋੜਦਾ ਤੇ ਉਹ ਸਿਖਾ ਦਿੰਦਾ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਉਹ ਜੀਵਨ ਦੇ ਵਿੱਚੋਂ ਇਸ ਤਰੀਕੇ ਨਾਲ ਮੁਹਤਾਜ਼ਗੀ ਤੋੜ ਦਿੰਦਾ, ਖਤਮ ਕਰ ਦਿੰਦਾ। ਕਿਉਂਕਿ ਸਾਨੂੰ ਮੁਹਤਾਜ਼ਗੀ ਤੇ ਇਹੀ ਹੈ ਨਾ ਵੀ ਸਾਡਾ ਕਾਰਜ ਹੋ ਜਾਏ, ਸਾਡਾ ਕਾਰਜ ਸਵਰ ਜਾਏ, ਮੈਂ ਆਹ ਕਾਰਜ ਆਰੰਭਿਆ, ਮੇਰਾ ਆਹ ਕਾਰਜ ਪੂਰਾ ਹੋ ਜਾਏ, ਮੈਂ ਆਹ ਕੰਮ ਕਰਨਾ ਚਾਹੁੰਦਾ, ਮੇਰੇ ਕਾਰਜ ਵਿੱਚ ਕੰਮ ਵਿੱਚ ਸਫਲਤਾ ਮਿਲੇ। ਬੰਦਾ ਇਦਾਂ ਦੀਆਂ ਮੁਹਤਾਜ਼ਗੀਆਂ ਚੁੱਕੀ ਫਿਰਦਾ ਹੈ। ਕਦੇ ਕਿਸੇ ਕੋਲ ਪੱਲਾ ਅੱਡਦਾ ਜਾ ਕੇ ਸਹਾਇਤਾ ਵਾਸਤੇ, ਫਿਰ ਕਦੇ ਕਿਸੇ ਕੋਲ ਪੱਲਾ ਅੱਡਦਾ ਜਾ ਕੇ ਆਪਣੀ ਹੈਲਪ ਵਾਸਤੇ, ਆਪਣੀ ਮਦਦ ਵਾਸਤੇ। ਤੇ ਸੱਜਣਾ ਜੇ ਇਹੀ ਕਿਤੇ ਝੋਲੀ ਰੱਬ ਅੱਗੇ ਅੱਡੀ ਹੁੰਦੀ, ਰੱਬ ਆਪੇ ਹੀ ਕਾਰਜ ਸਵਾਰਦਾ, ਕਿਸੇ ਹੋਰ ਅੱਗੇ ਤੈਨੂੰ ਪੱਲਾ ਅੱਡਣਾ ਹੀ ਨਾ ਪੈਂਦਾ। ਜਿੱਥੇ ਰੱਬ ਆਪ ਕਾਰਜ ਸਵਾਰਨ ਵਾਲਾ ਬਣ ਜਾਏ, ਦੁਨੀਆ ਦਾ ਕਿਹੜਾ ਕਾਰਜ ਹੈ ਜਿਹੜਾ ਉਸ ਵਕਤ ਫਿਰ ਨਾ ਹੋਵੇ। ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ ਨਾ ਜਪਜੀ ਦੇ ਅੰਦਰ ਹੀ, ਮੰਨੈ ਮਾਰਗ ਠਾਕ ਨਾ ਪਾਏ। ਸੱਜਣਾ ਸਾਰੀਆਂ ਹੀ ਰੁਕਾਵਟਾਂ ਖਤਮ ਹੋ ਜਾਂਦੀਆਂ ਜੇ ਕਿਤੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨੂੰ ਤੂੰ ਮੰਨ ਲਏ। ਜੇ ਕਿਤੇ ਮੰਨ ਲਏ ਨਾ, ਪਾਵੇਂ ਮੋਖ ਦੁਆਰ, ਤੈਨੂੰ ਮੁਕਤੀ ਦਾ ਦਰਵਾਜ਼ਾ ਵੀ ਮਿਲ ਜਾਏ। ਜੇ ਕਿਤੇ ਮੰਨਣ ਦੀ ਤੈਨੂੰ ਜਾਚ ਆ ਜਾਏ, ਫਿਰ ਪਰਵਾਰ ਹੈ ਸਾਧਾਰ। ਜੇ ਕਿਤੇ ਤੈਨੂੰ ਮੰਨਣਾ ਆ ਜਾਏ, ਆਪ ਵੀ ਤਰ ਜਾਏ, ਗੁਰੂ ਆਪ ਵੀ ਤਰ ਜਾਂਦਾ ਤੇ ਮੰਨਣ ਵਾਲੇ ਨੂੰ ਵੀ ਤਾਰ ਲੈਂਦਾ। ਫਿਰ ਕਿਸੇ ਪ੍ਰਕਾਰ ਦੀ ਉਹ ਜੀਵਨ 'ਚ ਮੁਹਤਾਜ਼ਗੀ ਨਹੀਂ ਰਹਿਣ ਦਿੰਦਾ। ਮੰਨੈ ਨਾਨਕ ਭਵੈ ਨਾ ਭੇਖ, ਕਿਸੇ ਪ੍ਰਕਾਰ ਦੀ ਲੋੜ ਨਹੀਂ, ਕਿਸੇ ਪ੍ਰਕਾਰ ਦੀ ਫਿਰ ਜ਼ਰੂਰਤ ਮੁਹਤਾਜ਼ਗੀ ਰੂਪ ਵਜੋਂ ਕਹਿ ਲਓ ਨਹੀਂ ਰਹਿਣ ਦਿੰਦਾ। ਕਿਉਂਕਿ ਉਹ ਮੰਨਣ ਵਾਲੇ ਨੂੰ, ਜਿਨੇ ਮੰਨਿਆ, ਜਿਨੇ ਅਕਾਲ ਪੁਰਖ ਪਰਮੇਸ਼ਵਰ ਨਾਲ ਆਪਣੇ ਆਪ ਨੂੰ ਰੰਗ ਲਿਆ, ਜਿਹੜਾ ਰਤਿਆ ਗਿਆ। ਹੁਣ ਆ ਜਿੱਦਾਂ ਦਾ ਸਮਾਂ ਆਪਾਂ ਵੇਖਿਆ, ਹਾਲਾਤ ਵੇਖੇ, 2-3 ਮਹੀਨੇ ਲਗਾਤਾਰ ਬੜੇ ਮੁਸ਼ਕਲਾਂ ਭਰੇ ਸਮੇਂ ਵਿੱਚੋਂ ਹਰ ਇਨਸਾਨ ਗੁਜ਼ਰਿਆ। ਤੇ ਇਹਨਾਂ ਸਮਿਆਂ ਵਿੱਚ ਨਾ ਇੱਕ ਚੀਜ਼ ਆਪਾਂ ਵੇਖੀ ਹੈ ਕਿ ਮਨੁੱਖ ਅੱਗੇ ਪੱਲੇ ਅੱਡ ਕੇ ਬੈਠਾ ਹੋਇਆ ਸੀ ਜੀ। ਸਾਡੇ ਕੋਲ ਰਾਸ਼ਨ ਹੈ ਨਹੀਂ, ਸਾਡੇ ਕੋਲ ਭੋਜਨ ਹੈ ਨਹੀਂ, ਤੇ ਸਾਨੂੰ ਭੋਜਨ ਤੇ ਰਾਸ਼ਨ ਦੇ ਕੇ ਜਾਓ। ਤੇ ਜੇ ਕਿਤੇ ਉਸ ਵਕਤ ਭਗਤ ਕਬੀਰ ਸਾਹਿਬ ਵਾਂਗੂ ਸਾਡੀ ਸੁਰਤ, ਜਾਂ ਭਗਤ ਧੰਨਾ ਜੀ ਵਾਂਗੂ ਸਾਡੀ ਸੁਰਤ ਹੁੰਦੀ,
ਤੇ ਫਿਰ ਸ਼ਾਇਦ ਸਾਨੂੰ ਮਨੁੱਖਾਂ ਅੱਗੇ ਪੱਲੇ ਨਾ ਅੱਡਣੇ ਪੈਂਦੇ। ਫਿਰ ਅਸੀਂ ਬੜੇ ਫਕਰ ਦੇ ਨਾਲ ਤੇ ਮਾਣ ਨਾਲ, ਬੜੇ ਹੱਕ ਦੇ ਨਾਲ ਰੱਬ ਨੂੰ ਕਹਿੰਦੇ, ਰੱਬਾ ਦਾਲ ਰੋਟੀ ਸਾਰਾ ਕੁਝ ਚਾਹੀਦਾ ਹੈ, ਤੇ ਕਿੱਥੋਂ ਦੇਣਾ, ਕਿਵੇਂ ਦੇਣਾ, ਇਹ ਜ਼ਿੰਮੇਵਾਰੀ ਤੇਰੀ ਹੈ। ਮੈਂ ਕਿਸੇ ਹੋਰ ਅੱਗੇ ਪੱਲਾ ਨਹੀਂ ਅੱਡਣਾ, ਮੈਂ ਤੇਰੇ ਕੋਲੋਂ ਪੱਲਾ ਅੱਡਿਆ ਵੀ ਹੈ, ਤੇਰੇ ਅੱਗੇ ਮੈਂ ਪੱਲਾ ਅੱਡ ਕੇ ਤੇ ਤੈਨੂੰ ਵਿਖਾ ਵੀ ਦਿੱਤਾ ਵੀ ਮੇਰੇ ਕੋਲ ਇੰਨਾ ਕੁ ਕੁਛ ਹੈ ਤੇ ਇੰਨਾ ਕੁ ਕੁਝ ਨਹੀਂ। ਆਹ ਚੀਜ਼ਾਂ ਦੀ ਲੋੜ ਹੈ ਤੇ ਆਹ ਚੀਜ਼ਾਂ ਬਿਨਾ ਮੇਰਾ ਸਰ ਸਕਦਾ ਹੈ। ਰੱਬਾ ਮੈਂ ਪੱਲਾ ਅੱਡ ਕੇ ਤੈਨੂੰ ਵਿਖਾਤਾ। ਹੁਣ ਜਿਹੜੀਆਂ ਚੀਜ਼ਾਂ ਦੀ ਮੈਨੂੰ ਜ਼ਰੂਰਤ ਹੈ, ਕਿੱਥੋਂ ਆਉਣੀਆਂ ਨੇ, ਕਿਵੇਂ ਆਉਣੀਆਂ ਨੇ, ਤੂੰ ਕਿੱਦਾਂ ਦੇਣੀਆਂ, ਇਹ ਜ਼ਿੰਮੇਵਾਰੀ ਤੇਰੀ ਹੈ। ਮੈਂ ਕਿਸੇ ਹੋਰ ਅੱਗੇ ਪੱਲਾ ਨਹੀਂ ਅੱਡਣਾ। ਪਰ ਵੇਖਿਆ ਕਿ ਆਪਾਂ ਇੱਕ ਮਨੁੱਖ ਕਦੇ ਕਿਸੇ ਅੱਗੇ ਹੱਥ ਜੋੜਦਾ ਫਿਰਦਾ, ਕਦੇ ਕਿਸੇ ਅੱਗੇ ਹੱਥ ਜੋੜਦਾ ਫਿਰਦਾ ਵੀ ਸਾਡੇ ਘਰ ਦੇ ਵਿੱਚ ਰਾਸ਼ਨ ਨਹੀਂ, ਸਾਡੇ ਘਰ ਵਿੱਚ ਸਾਮਾਨ ਨਹੀਂ, ਸਾਡੇ ਘਰ ਵਿੱਚ ਪਦਾਰਥ ਨਹੀਂ, ਸਾਡੇ ਕੋਲ ਲੋੜੀਂਦੀਆਂ ਵਸਤੂਆਂ ਵੀ ਨਹੀਂ। ਮਨੁੱਖ ਅੱਗੇ ਪੱਲੇ ਅੱਡਦਾ ਫਿਰਿਆ। ਪਰ ਜਿਨ੍ਹਾਂ ਨੇ ਗੁਰੂ ਅੱਗੇ ਪੱਲਾ ਅੱਡਿਆ, ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਮਹਿਸੂਸ ਵੀ ਨਹੀਂ ਹੋਣ ਦਿੱਤਾ ਵੀ ਸੱਜਣਾ ਤੈਨੂੰ ਕਿਸੇ ਚੀਜ਼ ਦੀ ਕਮੀ ਹੈ। ਉਹ ਆਪਣੀ ਹਰ ਲੋੜ ਵੀ ਪੂਰੀ ਕਰਦੇ ਰਹੇ। ਤੇ ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ ਕਿ ਭਾਈ ਜਿਹੜੇ ਅੱਲਾ ਨਾਲ ਰੱਤੇ ਗਏ, ਅੱਲਾ ਛੇਤੀ ਰੱਤਿਆ, ਇਹ ਸਚਾਵਾਂ ਸਾਜ, ਇਹੀ ਅਸਲ ਦੇ ਵਿੱਚ ਸਾਡੀ ਕਹਿ ਲੋ ਵੀ ਅਸਲੀ ਵੇਸ, ਅਸਲੀ ਸਾਡੀ ਸਾਜਣਾ, ਭਾਵ ਆਪਣਾ ਆਪਾ ਸਵਾਰਨਾ। ਤੇ ਜਦੋਂ ਅਸੀਂ ਆਪਣੇ ਆਪ ਨੂੰ ਸਾਜ ਲਿਆ, ਸਵਾਰ ਲਿਆ, ਸ਼ਿੰਗਾਰ ਲਿਆ ਰੱਬ ਦੇ ਨਾਲ, ਫਿਰ ਜਿਵੇਂ ਅਕਾਲ ਪੁਰਖ ਬੇਮੁਹਤਾਜ ਹੈ, ਉਹਨੂੰ ਮੰਨਣ ਵਾਲਾ ਵੀ ਬੇਮੁਹਤਾਜ ਆਪਣੇ ਜੀਵਨ ਵਿੱਚ ਹੋ ਜਾਂਦਾ ਹੈ। ਮਹੱਲਾ ਪੰਜਵਾ। ਫਰੀਦਾ ਦੁਖ ਸੁਖ ਇਕ ਕਰ, ਦਿਲ ਤੇ ਲਾਹੇ ਵਿਕਾਰ। ਅੱਲਾਹ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ। ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਹੜਾ ਅੱਜ ਦੂਜਾ ਸ਼ਲੋਕ ਬਖਸ਼ਿਸ਼ ਕੀਤਾ, ਉਹਦੇ ਵਿੱਚ ਫਿਰ ਲਫ਼ਜ਼ ਬਾਬਾ ਫਰੀਦ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਨੇ ਜ਼ਿਕਰ ਕੀਤਾ ਕਿ ਫਰੀਦਾ ਦੁੱਖ ਸੁੱਖ ਇੱਕ ਕਰ। ਤੇ ਸਮਾਜ ਦੇ ਵਿੱਚ ਸਭ ਤੋਂ ਔਖਾ ਕੰਮ ਹੈ ਦੁੱਖ ਔਰ ਸੁੱਖ ਨੂੰ ਇੱਕੋ ਨਜ਼ਰੀਏ ਨਾਲ ਵੇਖਣਾ। ਨਹੀਂ ਤੇ ਜੋ ਸਮਾਜ ਦੀ ਰੀਤ ਹੈ, ਸੁੱਖ ਦੇ ਵਿੱਚ ਇਹਦੇ ਪੈਰ ਆਪੇ ਹੀ ਭੁੰਜੇ ਨਹੀਂ ਲੱਗਦੇ, ਉਦਾਂ ਹੀ ਟੱਪੀ ਜਾਂਦਾ ਹੈ। ਤੇ ਜੇ ਦੁੱਖ ਆ ਜਾਏ, ਦੁੱਖ ਵਿੱਚ ਉਦਾਂ ਇਹਦੇ ਪੈਰ ਧਰਤੀ ਤੇ ਨਹੀਂ ਟਿਕਦੇ, ਉਦਾਂ ਤਕਲੀਫ ਵਿੱਚ ਬੈਠਾ ਕੁਰਲਾਈ ਜਾਂਦਾ ਹੈ। ਪੈਰ ਇਹਨੇ ਦੋਵਾਂ ਰੂਪਾਂ 'ਚ ਹੀ ਛੱਡਤੇ, ਚਾਹੇ ਸੁੱਖ ਆਇਆ ਤੇ ਭਾਵੇਂ ਦੁੱਖ ਆਇਆ, ਧਰਤੀ ਤੇ ਪੈਰ ਨਹੀਂ ਇਹਦੇ ਲੱਗੇ। ਦੁੱਖ ਵਿੱਚ ਕੁਰਲਾ ਉੱਠਿਆ, ਸੁੱਖ ਵਿੱਚ ਇੰਨਾ ਕੁ ਪ੍ਰਸੰਨ ਹੋ ਗਿਆ ਕਿ ਹੁਣ ਉਦਾਂ ਖੁਸ਼ੀ ਨਾਲ ਹੀ ਪੈਰ ਭੂੰਜੇ ਨਹੀਂ ਲੱਗਦੇ। ਤੇ ਮਾਲਕ ਜੀ ਕਹਿੰਦੇ ਦੁੱਖ ਸੁੱਖ ਇੱਕ ਕਰ। ਜਿਹੜਾ ਦੁੱਖ ਤੇ ਸੁੱਖ ਨੂੰ ਇੱਕ ਕਰਕੇ ਜਾਣ ਲੈਂਦਾ, ਕਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛ ਕੇ ਵੇਖੋ ਉਹਦੀ ਅਵਸਥਾ ਕਿੱਦਾਂ ਦੀ ਹੈ। ਜਿਹੜਾ ਇਹ ਸਚਾਵਾਂ ਸਾਜ ਹੈ ਨਾ, ਉਹ ਇਹ ਸਚਾਵਾਂ ਸਾਜ ਨੇ ਜੀਵਨ ਦੇ ਵਿੱਚ ਦੁੱਖ ਤੇ ਸੁੱਖ ਇੱਕ ਕਰਕੇ ਜਿਹੜਾ ਨਾ ਉਹ ਮੰਨਣ ਦੀ ਜਾਚ ਸਿਖਾਉਣੀ। ਤੇ ਫਿਰ ਉਹਦੇ ਪ੍ਰਤੀ ਸਤਿਗੁਰੂ ਤੇਗ ਬਹਾਦਰ ਸਾਹਿਬ ਲਫ਼ਜ਼ ਕੀ ਵਰਤਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹ ਨਿੰਦਿਆ ਨਹ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆਗੈ, ਜਗ ਤੇ ਰਹਿ ਨਿਰਾਸ਼ਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਤੇਹ ਘਟ ਬ੍ਰਹਮ ਨਿਵਾਸਾ। ਪਰ ਖੇਡ ਕਦੋਂ ਵਰਤੀ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ, ਸੰਗ ਪਾਨੀ। ਇਹ ਸਚਾਵਾਂ ਸਾਜ, ਜਦੋਂ ਇਹ ਸਾਜ ਸਚਾਵਾਂ ਬਣ ਜਾਂਦਾ ਹੈ, ਏਦਾਂ ਦਾ ਵੇਸ ਸਾਡਾ ਬਣ ਜਾਂਦਾ ਹੈ, ਤੇ ਖਿਆਲ ਕਰਿਓ ਉਦੋਂ ਹੀ ਜੀਵਨ ਦੇ ਅੰਦਰ ਦੁੱਖ ਤੇ ਸੁੱਖ
ਇੱਕ ਹੁੰਦੇ ਨੇ, ਉਦੋਂ ਹੀ ਜੀਵ ਆਪਣੇ ਜੀਵਨ ਨੂੰ ਸਹਿਜ ਵਿੱਚ ਟਿਕਾਉਂਦਾ ਹੈ। ਤੇ ਜਿਹੜਾ ਸਹਿਜ ਵਿੱਚ ਟਿਕ ਜਾਏ, ਦੁੱਖ ਤੇ ਸੁੱਖ ਨੂੰ ਸਮ ਕਰਕੇ ਉਹੀ ਜਾਣਦਾ। ਨਹੀਂ ਤੇ ਦੁੱਖ ਵੇਲੇ ਅਸੀਂ ਬਹੁਤ ਕੁਰਲਾ ਉੱਠਦੇ ਹਾਂ, ਬੜੀਆਂ ਮੁਸ਼ਕਲਾਂ ਤੇ ਬੜੀਆਂ ਚਿੰਤਾਵਾਂ ਦੇ ਵਿੱਚ ਫਸ ਜਾਂਦੇ ਹਾਂ। ਜੇ ਕਿਤੇ ਸੁੱਖ ਆ ਜਾਏ ਤੇ ਫਿਰ ਅਸੀਂ ਇੰਨੇ ਕੁ ਪ੍ਰਸੰਨ ਹੋ ਜਾਂਦੇ ਹਾਂ ਕਿ ਸੁੱਖ ਦੇਣ ਵਾਲਾ ਵੀ ਸਾਨੂੰ ਵਿਸਰ ਜਾਂਦਾ ਹੈ। ਤਾਂ ਹੀ ਕਰਕੇ ਗੁਰੂ ਨਾਨਕ ਸਾਹਿਬ ਨੂੰ ਲਫ਼ਜ਼ ਇਹ ਵਰਤਣੇ ਪਏ ਸੀ ਕਿ ਮਨੁੱਖ ਦੀ ਹਾਲਤ ਇਦਾਂ ਦੀ ਹੈ, ਮਨੁੱਖ ਇਸ ਤਰੀਕੇ ਨਾਲ ਆਪਣਾ ਜੀਵਨ ਜਿਉਂਦਾ ਹੈ ਕਿ ਜਦੋਂ ਇਹਨੂੰ ਸੁੱਖ ਮਿਲ ਜਾਂਦਾ ਹੈ, ਇਹ ਕਈ ਤਰ੍ਹਾਂ ਦੇ ਰੋਗ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਸ ਹੇਠ ਬੈਠਦਾ ਹੈ। ਤੇ ਜਦੋਂ ਦੁੱਖ ਆਉਂਦਾ ਹੈ, ਉਹ ਦੁੱਖ ਔਰ ਉਹ ਤਕਲੀਫ ਦੇ ਨੂੰ ਆਪਣੀ ਇਹ ਦਵਾ ਤੇ ਆਪਣੀ दारू ਦੇ ਰੂਪ ਵਿੱਚ, ਆਪਣੀ ਦਵਾਈ ਦੇ ਰੂਪ ਵਿੱਚ ਬਣਾ ਲੈਂਦਾ ਹੈ। ਤੇ ਸਤਿਗੁਰੂ ਜੀ ਨੇ ਲਫ਼ਜ਼ ਵਰਤੇ, ਦੁੱਖ दारू ਸੁੱਖ ਰੋਗ ਪਾਇਆ। ਹੁਣ ਹਾਲਾਤ ਚਾਹੇ ਜਿੱਦਾਂ ਦੇ ਮਰਜ਼ੀ ਸਨ, ਆਪਾਂ ਜਿਹੜੇ ਹਾਲਾਤਾਂ ਵਿੱਚੋਂ ਨਿਕਲ ਕੇ ਜਾਂ ਦੁਨੀਆ ਆ ਰਹੀ ਹੈ ਜਾਂ ਸਮਾਜ ਨਿਕਲ ਕੇ ਆ ਰਿਹਾ ਹੈ, ਜਿਨ੍ਹਾਂ ਹਾਲਾਤਾਂ ਵਿੱਚੋਂ ਮਾਹੌਲ ਦੁੱਖ ਦਾ ਸੀ, ਤਕਲੀਫ ਦਾ ਸੀ, ਪਰ ਇਸ ਦੁੱਖ ਨੂੰ ਲੋਕਾਂ ਨੇ ਆਪਣੀ ਦਵਾ ਦੇ ਰੂਪ ਵਜੋਂ ਵਰਤਣਾ ਸ਼ੁਰੂ ਕਰ ਲਿਆ। ਇੱਕ, ਸਾਰਿਆਂ ਨੂੰ ਰੱਬ ਚੇਤੇ ਆਉਣ ਲੱਗ ਗਿਆ ਸੀ। ਕਿਉਂ? ਸਾਰਿਆਂ ਨੂੰ ਇਹ ਬਣ ਗਿਆ ਸੀ ਨਾ ਵੀ ਪਤਾ ਨਹੀਂ ਕਿਹੜੇ ਵੇਲੇ ਇਹ ਭਿਆਨਕ ਬਿਮਾਰੀ ਹੋ ਸਕਦਾ ਸਾਨੂੰ ਲੱਗ ਜਾਏ ਤੇ ਕਿਤੇ ਇਹ ਨਾ ਹੋਵੇ ਸੰਸਾਰ ਤੋਂ ਜਾਣਾ ਪੈ ਜਾਏ। ਹਰ ਬੰਦਾ ਰੱਬ ਦੀ ਆਰਾਧਨਾ ਕਰਨ ਲੱਗ ਪਿਆ। ਦੂਜੀ ਗੱਲ, ਤੇ ਜਿੱਥੇ ਰੱਬ ਦੀ ਆਰਾਧਨਾ ਕਰਨ ਲੱਗਿਆ, ਉੱਥੇ ਇਸੇ ਇਨਸਾਨ ਨੇ ਫਾਲਤੂ ਜਿਹੜੇ ਸੁੱਖਾਂ ਦੇ ਵਿੱਚ ਇਹ ਕਈ ਪ੍ਰਕਾਰ ਦੇ ਫੰਕਸ਼ਨਸ, ਕਈ ਪ੍ਰਕਾਰ ਦੇ ਹੋਰ ਕਾਰ ਵਿਹਾਰ ਕਰੀ ਜਾਂਦਾ ਸੀ। ਆਪਣੇ ਤਨ ਨੂੰ ਰੋਗ ਸਹੇੜ ਬੈਠਦਾ। ਕਈ ਤਰ੍ਹਾਂ ਦੇ ਜਿਹੜੇ ਕਹਿ ਲਓ ਵੀ ਅਸੰਤੁਲਿਤ ਭੋਜਨ ਇਹਨੇ ਆਪਣੇ ਜੀਵਨ ਵਿੱਚ ਸੇਵਨ ਕਰਨੇ, ਉਹਨਾਂ ਚੀਜ਼ਾਂ ਦਾ ਸੇਵਨ ਕਰਨਾ ਜਿਹੜੀਆਂ ਇਨਸਾਨ ਨੂੰ ਰੋਗੀ ਬਣਾਉਂਦੀਆਂ ਸਨ, ਉਹਨਾਂ ਤੋਂ ਵੀ ਛੁਟਕਾਰਾ ਹੋ ਗਿਆ, ਰੋਗਾਂ ਤੋਂ ਵੀ ਬਚ ਗਿਆ। ਤੇ ਇਹਨਾਂ 2-3 ਮਹੀਨਿਆਂ ਵਿੱਚ ਉਹਨਾਂ ਸਾਰੇ ਮਨੁੱਖਾਂ ਨੂੰ ਜਿਹੜੇ BP ਕਰਕੇ ਜਾਂ ਸ਼ੂਗਰ ਕਰਕੇ ਜਾਂ ਹੋਰ ਕਈ ਚੀਜ਼ਾਂ ਕਰਕੇ ਦੁਖੀ ਸਨ, ਪੁੱਛ ਕੇ ਵੇਖੋ ਵੀ ਕਦੇ ਕੋਈ ਮੁਸ਼ਕਲ ਆਈ ਸੀ? ਨਹੀਂ ਆਈ। ਕਿਉਂ? ਕਿਉਂਕਿ ਖਾਣਾ ਵੀ ਸਾਦਾ ਜਿਹਾ ਬਣ ਗਿਆ। ਸਿਰਫ ਉਹੀ ਖਾਣਾ ਜੋ ਘਰ ਵਿੱਚ ਤਿਆਰ ਹੁੰਦਾ ਜਾਂ ਘਰ ਵਿੱਚ ਬਣਦਾ ਸੀ, ਬਾਹਰੀ ਖਾਣਾ ਬੰਦ ਹੋ ਗਿਆ, ਰੋਗ ਵੀ ਘਟ ਗਏ। ਤੇ ਹੁਣ ਜਦੋਂ ਮਾਹੌਲ ਫਿਰ ਠੀਕ ਹੋ ਜਾਣਾ, ਉਹੀ ਫਿਰ ਇਨਸਾਨੀ ਜ਼ਿੰਦਗੀ ਸ਼ੁਰੂ, ਉਹੀ ਫਿਰ ਰੋਗ ਤੇ ਬਿਮਾਰੀਆਂ ਫਿਰ ਸਹੇੜ ਲੈਣੀਆਂ। ਤੇ ਮਾਲਕ ਕਹਿੰਦੇ ਦੁੱਖ ਸੁੱਖ ਇੱਕ ਕਰ। ਸੱਜਣਾ, ਤੂੰ ਆਪਣੇ ਜੀਵਨ ਦੇ ਅੰਦਰ ਦੁੱਖ ਔਰ ਸੁੱਖ ਨੂੰ ਇੱਕ ਕਰ ਲਾ। ਤੇ ਕੀ ਕਰ? ਦਿਲ ਤੇ ਲਾਹੇ ਵਿਕਾਰ, ਵਿਕਾਰਾਂ ਭਰੀ ਜ਼ਿੰਦਗੀ ਚੋਂ ਬਾਹਰ ਆ ਜਾ। ਕਿਉਂਕਿ ਜਿੰਨਾ ਚਿਰ ਇਨਸਾਨ ਦਿਲ ਤੋਂ ਵਿਕਾਰ ਨਹੀਂ ਨਾ ਲਾਉਂਦਾ, ਉਹਨਾਂ ਚਿਰ ਦੁੱਖ ਤੇ ਸੁੱਖ ਇੱਕ ਕਰਕੇ ਜਾਣ ਹੀ ਨਹੀਂ ਸਕਦਾ। ਚਾਹੇ ਜਿੰਨਾ ਮਰਜ਼ੀ ਯਤਨ ਕਰ ਲਓ, ਜਿੰਨੇ ਦੁੱਖ ਔਰ ਸੁੱਖ ਇੱਕ ਕਰਕੇ ਜਾਣ ਲਿਆ ਤੇ ਇਹ ਮੰਨ ਲਈਏ ਕਿ ਉਹਦੇ ਜੀਵਨ ਚੋਂ ਵਿਕਾਰ ਲੱਥ ਗਏ। ਤੇ ਜਿਹੜਾ ਅਜੇ ਤੱਕ ਦੁੱਖ ਤੇ ਸੁੱਖ ਨੂੰ ਇੱਕ ਕਰਕੇ ਨਹੀਂ ਜਾਣ ਸਕਿਆ, ਨਾਲ ਇਹ ਵੀ ਪੱਕਾ ਜੇ ਉਹ ਅਜੇ ਤੱਕ ਆਪਣੇ ਮਨ ਤੋਂ ਵਿਕਾਰ ਨਹੀਂ ਜੇ ਲਾ ਸਕਿਆ। ਜੇ ਵਿਕਾਰ ਲਾ ਲੈਂਦਾ, ਆਪਣੇ ਮਨ ਦੇ ਵਿੱਚੋਂ ਵਿਕਾਰ ਖਤਮ ਕਰ ਲੈਂਦਾ, ਦੁੱਖ ਤੇ ਸੁੱਖ ਤੇ ਬਰਾਬਰ ਹੋ ਜਾਣੇ ਸਨ। ਪਰ ਇਨਸਾਨ ਇੰਨੀ ਵਿਕਾਰਾਂ ਭਰੀ ਜ਼ਿੰਦਗੀ ਨੂੰ ਜਿਉ ਰਿਹਾ ਹੈ ਕਿ ਇਹ ਦੁੱਖ ਔਰ ਸੁੱਖ ਨੂੰ ਇੱਕ ਕਰਕੇ ਜਾਣ ਹੀ ਨਹੀਂ ਸਕਿਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਜ਼ਿਕਰ ਕਰਦੇ ਆ ਇੱਥੋਂ ਤੱਕ ਆਖਿਆ ਸੀ, ਮਾਲਕ ਪਾਤਸ਼ਾਹ ਕਹਿੰਦੇ ਭਾਈ ਤੂੰ ਆਪਣੇ ਜੀਵਨ ਦੇ ਅੰਦਰ ਐਸਾ ਖੇਡ, ਆਪਣੀ ਅਵਸਥਾ ਐਸੀ ਬਣਾ ਕਿ ਹਰਖ ਸੋਗ ਤੇ ਰਹਿ ਨਿਆਰੋ। ਤੂੰ ਆਪਣੇ ਆਪ ਨੂੰ ਹਰਖ ਔਰ ਸੋਗ ਤੋਂ ਨਿਆਰਾ ਰੱਖ ਲਾ, ਨਾ ਕਿ ਹਰਖ ਤੇਰੇ ਉੱਤੇ ਆਪਣਾ ਪ੍ਰਭਾਵ ਪਾ ਸਕੇ ਔਰ ਨਾ ਹੀ ਸੋਗ ਤੇਰੇ ਉੱਤੇ ਆਪਣਾ ਪ੍ਰਭਾਵ ਪਾ ਸਕੇ। ਤੂੰ ਹਰ ਅਵਸਥਾ ਦੇ ਵਿੱਚ, ਹਰ ਮਾਹੌਲ ਦੇ ਵਿੱਚ ਇੱਕੋ ਸਹਿਜ ਅੰਦਰ ਟਿਕਿਆ ਰਹੇ, ਚਾਹੇ ਸਮਾਂ ਜੈਸਾ ਮਰਜ਼ੀ ਹੋਵੇ। ਤੁਸੀਂ ਵੇਖੋ ਨਾ, ਆਪਾਂ ਕੱਲ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ, ਉਹਨਾਂ ਦੀ ਸ਼ਹਾਦਤ ਨੂੰ ਚੇਤੇ ਕੀਤਾ। ਹੁਣ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ਵੇਖੋ ਕਿੱਡਾ ਸੋਹਣਾ ਸਾਨੂੰ ਇੱਕ ਜੀਵਨ ਜਾਚ ਮਿਲਦੀ ਹੈ ਕਿ ਜੇ ਉਹਨਾਂ ਨੇ ਸਿੱਖ ਰਾਜ ਸਥਾਪਿਤ ਕਰ ਲਿਆ, ਸਿੱਖ ਰਾਜ ਸਥਾਪਿਤ ਕਰਕੇ ਸਿੱਖ ਰਾਜ ਦੇ ਉਹ ਪਹਿਲੇ ਕਹਿ ਲਓ ਵੀ ਆਗੂ ਨੇ, ਸਿੱਖ ਰਾਜ ਦੇ ਪਹਿਲੇ ਸਾਡਾ ਜਰਨੈਲ ਹੈ ਉਹ ਜਿਹਨੇ ਸਿੱਖ ਰਾਜ ਸਥਾਪਿਤ ਕੀਤਾ। ਤੇ ਸਥਾਪਿਤ ਕਰਨ ਤੋਂ ਬਾਅਦ ਚੋਂ ਖੁਸ਼ੀ 'ਚ ਇੰਨੇ ਥੋੜੀ ਉਤਾਂ ਉੱਠ ਗਏ ਵੀ ਉਹਨਾਂ ਨੇ ਗੁਰੂ ਪੰਥ ਨੂੰ ਵਿਸਾਰਤਾ ਹੋਵੇ, ਗੁਰੂ ਨੂੰ ਵਿਸਾਰਤਾ ਹੋਵੇ, ਜਾਂ ਆਪਣੇ ਜੀਵਨ ਦੀ ਅਵਸਥਾ ਤੋਂ ਕਿਸੇ ਪ੍ਰਕਾਰ ਡੋਲੇ ਹੋਣ। ਸਹਿਜ ਹੈ ਜੀਵਨ 'ਚ, ਚਾਹੇ ਰਾਜ ਸਥਾਪਿਤ ਕਰ ਲਿਆ, ਚਾਹੇ ਉਹਨਾਂ ਵੇਖੋ ਨਾ ਰਾਜ ਸਥਾਪਿਤ ਕੀਤਾ,
ਹੁਣ ਰਾਜ ਉਦੋਂ ਹੀ ਸਥਾਪਿਤ ਹੋਇਆ ਮੰਨਿਆ ਜਾਂਦਾ ਹੈ ਜਦੋਂ ਰਾਜ ਵਿੱਚ ਆਪਣੇ ਨਾਮ ਦਾ ਸਿੱਕਾ ਚੱਲ ਪਏ, ਉਦੋਂ ਹੀ ਮੰਨਿਆ ਜਾਂਦਾ ਭਾਈ ਇਹਦਾ ਰਾਜ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ, ਜਦੋਂ ਸਿੱਖ ਰਾਜ ਸਥਾਪਿਤ ਹੋਇਆ ਤੇ ਉਹਨਾਂ ਨੇ ਜਦੋਂ ਸਿੱਕਾ ਚਲਾਇਆ ਤੇ ਸਿੱਕੇ ਵਿੱਚ ਉਹਨਾਂ ਨੇ ਸਿੱਕੇ ਦੀ ਮੋਹਰ ਉੱਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਯਾਦ ਹੀ ਬਰਕਰਾਰ ਰੱਖੀ ਵੀ ਇਹਨਾਂ ਦੀ ਬਦੌਲਤ ਹੀ ਇਹ ਸਿੱਖ ਰਾਜ ਜਿਹੜਾ ਉਹ ਸਥਾਪਿਤ ਹੋਇਆ ਹੈ। ਇਸੇ ਪ੍ਰਕਾਰ ਕਿਉਂਕਿ ਸਿੱਖ ਰਾਜ 2 ਵਾਰੀ ਮੰਨਿਆ ਜਾਂਦਾ ਨਾ ਸਥਾਪਿਤ ਹੋਇਆ, ਕਿਉਂਕਿ 2 ਵਾਰ ਸਿੱਖ ਰਾਜ ਨੇ ਆਪਣੇ ਸਿੱਕੇ ਚਲਾਏ। ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ ਚਲਾਉਂਦੇ ਤੇ ਦੂਜੀ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਕਾ ਚਲਾਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਉਹੀ ਮੋਹਰ ਵਰਤੀ ਜਿਹੜੀ ਮੋਹਰ ਕਦੇ ਬੰਦਾ ਸਿੰਘ ਬਹਾਦਰ ਜੀ ਵਰਤਦੇ ਨੇ। ਖੈਰ ਉਸ ਤੋਂ ਬਾਅਦ ਚ ਹਾਲਾਤ ਐਸੇ ਬਣੇ, 1710 ਵਿੱਚ ਸਰਹੰਦ ਵੀ ਫਤਿਹ ਕਰ ਲਈ, 1710 ਵਿੱਚ ਵਜ਼ੀਰ ਖਾਂ ਵੀ ਮਾਰਤਾ, 1710 ਵਿੱਚ ਸੁੱਚਾ ਨੰਦ ਵੀ ਮਾਰਤਾ, ਹੋਰ ਕਈ ਸਮਾਣੇ ਤੇ ਸਢੌਰੇ ਵਰਗੇ ਜਿਹੜੇ ਸ਼ਹਿਰ ਬੰਦਾ ਸਿੰਘ ਬਹਾਦਰ ਨੇ ਜਿੱਤ ਲਏ, ਸਿੱਖ ਰਾਜ ਸਥਾਪਿਤ ਕਰ ਲਿਆ। 1708 ਤੋਂ 1715 ਤੱਕ, 1715 ਚ ਗੁਰਦਾਸ ਨੰਗਲ ਦੀ ਗੜੀ ਚੋਂ ਕੈਦ ਹੋ ਗਏ। ਜਦੋਂ ਉੱਥੋਂ ਕੈਦ ਹੁੰਦੇ ਨੇ ਤੇ ਜਿਹੜਾ ਦੁੱਖ ਭਰਿਆ ਮਾਹੌਲ ਆਪਣੇ ਤਨ ਤੇ ਹੰਡਾਇਆ, ਦੁੱਖ ਸੁੱਖ ਇੱਕ ਕਰ, ਜਿਸ ਨੇ ਆਧਾਰ ਆਪਣੇ ਜੀਵਨ ਦਾ ਗੁਰਬਾਣੀ ਨੂੰ ਬਣਾ ਕੇ ਜਿਹੜਾ ਤੁਰਿਆ, ਜਿਹੜਾ ਆਪਣੇ ਜੀਵਨ ਦੇ ਅੰਦਰ ਆਸਰਾ ਗੁਰਬਾਣੀ ਦਾ ਲੈ ਕੇ ਤੁਰਿਆ, ਉਹਨੇ ਫਿਰ ਉਸ ਦੁੱਖ ਭਰੇ ਹੋਏ ਸਮੇਂ ਨੂੰ ਵੀ ਆਪਣੇ ਤਨ ਤੇ ਹੰਡਾਉਂਦਿਆਂ ਨਾ ਕੁਰਲਾਹਟ ਤੇ ਨਾ ਤਕਲੀਫ, ਸਗੋਂ ਉਸ ਸਮੇਂ ਨੂੰ ਵੀ ਆਪਣੇ ਤਨ ਤੇ ਰੱਬ ਦੀ ਇੱਕ ਰਜ਼ਾ, ਗੁਰੂ ਦਾ ਇੱਕ ਭਾਣਾ ਮੰਨ ਕੇ ਆਪਣੇ ਤਨ ਤੇ ਹੰਡਾਇਆ। ਨਹੀਂ ਤੇ ਤੁਸੀਂ ਦੱਸੋ, ਇੱਕ ਪਿਤਾ ਆਪਣੀਆਂ ਅੱਖਾਂ ਸਾਹਮਣੇ 3 ਸਾਲਾਂ ਦੇ ਬੱਚੇ ਨੂੰ ਕਿਵੇਂ ਮਰਵਾ ਸਕਦਾ ਹੈ? ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਨੂੰ ਸ਼ਹੀਦ ਹੁੰਦਿਆਂ ਕਿਵੇਂ ਵੇਖ ਸਕਦਾ ਹੈ? ਜੇ ਬਾਣੀ ਦਾ ਆਧਾਰ ਸੀ ਤਾਂ ਹੀ ਤੇ ਦੁੱਖ ਸਹਾਰ ਲਿਆ ਨਾ, ਨਹੀਂ ਤੇ ਕੌਣ ਸਹਾਰਦਾ? ਆਪਣਾ ਹੀ ਜੀਵਨ ਵੇਖ ਲਓ। ਕਿਤੇ ਕਾਰੋਬਾਰ ਵਾਸਤੇ ਗਏ ਹੋਈਏ ਨਾ, ਪਿੱਛੋਂ ਫੋਨ ਜਾਣਾ ਚਾਹੀਦਾ, ਇੱਕ ਸਿਰਫ ਕਾਲ ਵੀ ਤੁਹਾਡਾ ਬੱਚਾ ਬਿਮਾਰ ਹੈ, ਕਿਹੜਾ ਕਾਰਜ ਤੇ ਕਿਹੜਾ ਵਿਹਾਰ, ਚਾਹੇ ਬਗਾਨੇ ਦੇਸ਼ 'ਚ ਬੈਠੇ ਹੋਈਏ, ਉੱਥੋਂ ਵੀ ਵਾਪਸ ਤੁਰੇ ਆਈਦਾ ਵੀ ਨਹੀਂ ਭਾਈ, ਜੇ ਔਲਾਦ ਸਾਡੀ ਦੁਖੀ ਤੇ ਮੈਂ ਇੱਥੇ ਰਹਿ ਕੇ ਕੀ ਕਰਨਾ, ਮੈਂ ਕਾਰ ਵਿਹਾਰ ਕੀ ਕਰਨਾ, ਅਸੀਂ ਉਸੇ ਵਕਤ ਪਰਤ ਆਈਦਾ। ਤੇ ਬੰਦਾ ਸਿੰਘ ਬਹਾਦਰ ਜੀ ਆਪਣੀ ਅੱਖਾਂ ਸਾਹਮਣੇ ਪੁੱਤ ਸ਼ਹੀਦ ਕਰਵਾ ਰਹੇ, ਇਹ ਸਹਿਜ ਨਹੀਂ। ਇਹ ਦੁੱਖ ਸੁੱਖ ਇੱਕ ਕਰਕੇ ਜਾਣਨਾ ਨਹੀਂ। ਫਿਰ ਕੱਲਾ ਸ਼ਹੀਦ ਨਹੀਂ ਹੋਣ ਕਰਵਾਇਆ, ਅੱਖਾਂ ਸਾਹਮਣੇ ਜੇ ਜ਼ਾਲਮਾਂ ਨੇ ਜਬਰੀ ਉਹਨਾਂ ਦੇ ਮੁਖ ਵਿੱਚ ਕਲੇਜਾ ਉਹ ਅਜੈ ਸਿੰਘ ਦਾ ਕੱਢ ਕੇ ਤੇ ਬੰਦਾ ਸਿੰਘ ਬਹਾਦਰ ਦੀ ਮੁਖ ਵਿੱਚ ਪਾਇਆ, ਦੁੱਖ ਸੁੱਖ ਇੱਕ ਕਰ। ਪੁੱਤ ਸ਼ਹੀਦ ਹੁੰਦਾ ਵੇਖ ਲਿਆ, ਅਜੇ ਵੀ ਮੌਕਾ ਸੀ ਜੇ ਬੰਦਾ ਸਿੰਘ ਬਹਾਦਰ ਆਪਣੇ ਧਰਮ ਨੂੰ ਛੱਡ ਦਿੰਦੇ। ਉਹਨਾਂ ਨੇ ਤੇ ਫਿਰ ਸ਼ਰਤ ਰੱਖੀ ਸੀ ਨਾ ਵੀ ਵੇਖ ਲਓ ਭਾਈ, ਆਪਣਾ ਧਰਮ ਛੱਡਣਾ ਛੱਡ ਦਿਓ, ਜਾਨ ਤੁਹਾਡੀ ਬਖਸ਼ ਦੇਾਂਗੇ, ਤੁਸੀਂ ਆਪਣਾ ਪਰਿਵਾਰ ਫਿਰ ਵਸਾ ਲਿਓ, ਫਿਰ ਆਪਣਾ ਜੀਵਨ ਖੁਸ਼ ਭਰਪੂਰ ਐ ਪ੍ਰਸੰਨਤਾ ਭਰਿਆ ਜੀਵਨ ਫਿਰ ਲੰਘਾ ਲਿਓ। ਤੇ ਫਿਰ ਜਿਨ੍ਹਾਂ ਨੇ ਪੜ੍ਹਿਆ ਹੀ ਇਹ ਸੀ, ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਜਿਨ੍ਹਾਂ ਨੇ ਇਹ ਸਾਰਾ ਕੁਝ ਆਪਣੀ ਜੀਵਨ ਵਿੱਚ ਵੇਖਿਆ ਤੇ ਜਿਹੜੇ ਗੁਰਬਾਣੀ ਦਾ ਆਧਾਰ ਤੇ ਆਸਰਾ ਲੈ ਕੇ ਚੱਲੇ, ਉਹ ਕਿਵੇਂ ਆਪਣੇ ਧਰਮ ਨੂੰ ਤਬਦੀਲ ਕਰ ਲੈਂਦੇ। ਫਿਰ ਆਪਣਾ ਮਾਸ ਵੀ ਨਚਵਾਇਆ, ਆਪਣੀਆਂ ਅੱਖਾਂ ਵਿੱਚ ਸਲਾਖਾਂ ਤੱਕ ਵੀ ਮਰਵਾ ਲਈਆਂ, ਆਪਣੇ ਸਰੀਰ ਦੇ ਅੰਗ ਵੀ ਕਟਵਾ ਲਏ ਤੇ ਆਪਣਾ ਧੜ ਤੇ ਸੀਸ ਵੀ ਵੱਖਰਾ ਵੱਖਰਾ ਕਰਵਾ ਲਿਆ। ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ। ਮਾਲਕ ਕਹਿੰਦੇ ਲਾ ਦੇ ਭਾਈ ਦੀ ਜੀਵਨ ਵਿੱਚੋਂ ਵਿਕਾਰ, ਆਪਣੇ ਮਨ ਵਿੱਚੋਂ ਵਿਕਾਰ ਖਤਮ ਕਰ, ਵਿਕਾਰੀ ਭਰੀ ਜ਼ਿੰਦਗੀ ਦਾ ਤਿਆਗ ਕਰ। ਜਿਹੜੀ ਵਿਕਾਰਾਂ ਭਰੀ ਹੋਈ ਜ਼ਿੰਦਗੀ ਹੈ ਉਹਨੂੰ ਆਪਣੇ ਜੀਵਨ ਦੇ ਵਿੱਚੋਂ ਉਹਦਾ ਤਿਆਗ ਕਰ, ਉਹਨੂੰ ਛੱਡ, ਕਿਉਂਕਿ ਅੱਲਾਹ ਭਾਵੈ ਸੋ ਭਲਾ। ਆ ਆਪਣੇ ਜੀਵਨ ਦਾ ਇੱਕ ਅੰਗ ਬਣਾ ਲਾ। ਤੇ ਸਿੱਖ ਦੇ ਜੀਵਨ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਜੀਵਨ ਦੀ ਵੀ ਤੇ ਦਿਨ ਦੀ ਵੀ। ਅੱਲਾ ਭਾਵੈ ਸੋ ਭਲਾ, ਜੋ ਤੁਧ ਭਾਵੈ ਸਾਈ ਭਲੀ ਕਰ। ਸਿੱਖ ਦੇ ਦਿਨ ਦੀ ਆਰੰਭਤਾ ਹੈ, ਜਪਜੀ ਤੋਂ ਆਰੰਭਤਾ ਹੋਈ ਤੇ ਜਪਜੀ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਕਹਿਤਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਤੇ ਗੁਰਬਾਣੀ ਨੇ ਸਾਨੂੰ ਇਹੋ ਸਿਖਾਇਆ, ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ। ਰੱਬ ਜੀ ਤੂੰ ਜਿਵੇਂ ਜਿਵੇਂ ਤੁਹਾਡਾ ਹੁਕਮ ਵਰਤਦਾ ਤਿਵੇਂ ਤਿਵੇਂ ਹੁੰਦਾ, ਜਹਾਂ ਜਹਾਂ ਰੱਖੈ ਆਪ ਤਾਂ ਜਾਏ ਖੜੋਵਣਾ। ਸਾਨੂੰ ਉੱਥੇ ਹੀ ਜਾ ਕੇ ਖੜੋਣਾ ਪੈਣਾ ਜਿੱਥੇ ਤੁਸੀਂ ਰੱਖਣਾ। ਤੇ ਫਿਰ ਕਿਉਂ ਨਾ ਰੱਬ ਦੇ ਹਰ ਵਰਤਾਏ ਹੋਏ ਕੌਤਕ ਨੂੰ ਅਸੀਂ ਰੱਬ ਦੀ ਰਜ਼ਾ ਤੇ ਰੱਬ ਦਾ ਭਾਣਾ ਕਰਕੇ ਮੰਨਦੇ ਰਹੀਏ। ਮਾਲਕ ਪਾਤਸ਼ਾਹ ਕਹਿੰਦੇ ਜਦੋਂ ਇਸ ਅਵਸਥਾ ਦਾ ਮਾਲਕ ਬਣ ਜਾਏਗਾ, ਅੱਲਾ ਭਾਵੇ ਸੋ ਭਲਾ। ਜੋ ਅੱਲਾ ਨੂੰ ਪਾਉਂਦਾ ਉਹ ਤੈਨੂੰ ਵੀ ਜਿੱਦਣ ਚੰਗਾ ਲੱਗਣ ਲੱਗ ਗਿਆ ਨਾ, ਖਿਆਲ ਕਰੀ ਤਾਂ ਲੱਭੀ ਦਰਬਾਰ। ਉਸ ਦਿਨ ਤੈਨੂੰ ਰੱਬ ਦਾ ਦਰ ਜਿਹੜਾ ਉਹ ਮਿਲ ਜਾਏਗਾ। ਉਦਣ ਤੂੰ ਇਹ ਜਾਣ ਲਈ ਕਿ ਤੂੰ ਅੱਜ ਰੱਬ ਦੇ ਦਰ ਤੇ ਪਹੁੰਚ ਗਿਆ। ਅੱਜ ਤੈਨੂੰ ਰੱਬ ਦੇ ਦਰ ਤੇ ਪ੍ਰਵਾਨਗੀ ਮਿਲ ਗਈ, ਕਿਉਂਕਿ ਤੈਨੂੰ ਰੱਬ ਦਾ ਵਰਤਾਇਆ ਹਰ ਕੌਤਕ ਮਨ ਵਿੱਚ ਭਾਉਣ ਲੱਗ ਪਿਆ, ਚੰਗਾ ਲੱਗਣ ਲੱਗ ਗਿਆ। ਨਹੀਂ ਤੇ ਇਨਸਾਨ ਤੇ ਇੱਥੋਂ ਤੱਕ ਵੀ ਕਹਿ ਦਿੰਦਾ ਰੱਬ ਨੂੰ, ਰੱਬਾ ਤੈਨੂੰ ਤੇ ਦੁਨੀਆ ਨਹੀਂ ਬਣਾਉਣੀ ਆਈ। ਮੈਨੂੰ ਪੁੱਛਦਾ ਕਿਤੇ ਸਲਾਹ ਮੇਰੇ ਕੋਲੋਂ ਲੈਂਦਾ ਤੇ ਮੈਂ ਤੈਨੂੰ ਦੱਸਦਾ ਦੁਨੀਆ ਕਿੱਦਾਂ ਬਣਾਈ ਦੀ ਹੈ। ਇਨਸਾਨੀ ਜੋ ਫਿਤਰਤ ਹੈ, ਜੇ ਕਿਤੇ ਰੱਬ ਦੀ ਰਜ਼ਾ ਚੰਗੀ ਲੱਗਦੀ ਹੁੰਦੀ, ਰੱਬ ਦੇ ਹਰ ਭਾਣਾ ਚੰਗਾ ਲੱਗਦਾ ਹੁੰਦਾ, ਤੇ ਰੱਬ ਨੂੰ ਕਦੇ ਇਹ ਸਵਾਲ ਨਹੀਂ ਸੀ ਹੁੰਦਾ ਰੱਬਾ ਤੈਨੂੰ ਦੁਨੀਆ ਨਹੀਂ ਬਣਾਉਣੀ ਆਈ। ਜਾਂ ਇਨਸਾਨ ਰੱਬ ਨੂੰ ਕਦੇ ਇਹ ਨਹੀਂ ਸੀ ਕਹਿੰਦਾ ਰੱਬਾ ਤੂੰ ਇਹ ਚੰਗਾ ਨਹੀਂ ਕੀਤਾ, ਤੈਨੂੰ ਏਦਾਂ ਕਰਨਾ ਚਾਹੀਦਾ ਸੀ। ਉਹ ਤੇ ਉਹਨੂੰ ਜੋ ਚੰਗਾ ਲੱਗਾ ਉਹਨੇ ਕਰਤਾ। ਤੈਨੂੰ ਚਾਹੀਦਾ ਸੀ ਕਿ ਰੱਬ ਦਾ ਕੀਤਾ ਹੋਇਆ ਤੈਨੂੰ ਵੀ ਭਾ ਜਾਂਦਾ। ਜੇ ਤੈਨੂੰ ਭਾ ਜਾਂਦਾ ਤਾਂ ਲੱਭੀ ਦਰਬਾਰ, ਤੂੰ ਵੀ ਰੱਬ ਦੇ ਦਰ ਤੇ ਪਰਵਾਨਿਆਂ ਤੇ ਕਬੂਲ ਪੈ ਜਾਂਦਾ। ਮਹੱਲਾ ਪੰਜਵਾ। ਫਰੀਦਾ ਦੁਨੀ ਵਜਾਈ ਵਜਦੀ, ਤੂੰ ਭੀ ਵਜਹਿ ਨਾਲ। ਸੋਈ ਜਿਉ ਨਾ ਵਜਦਾ, ਜਿਸ ਅੱਲਾਹ ਕਰਦਾ ਸਾਰ। ਹੁਣ ਸਤਿਗੁਰੂ ਜੀ ਕਹਿੰਦੇ ਭਾਈ ਦੁਨੀਆ ਇੱਕ ਵਾਜਾ ਹੈ ਤੇ ਇਹ ਵੱਜਦੀ ਹੈ। ਇਹ ਜਿਹੜਾ ਵਾਜਾ ਹੈ ਇਹ ਨਿਤਾ ਪ੍ਰਤੀ ਵੱਜਦਾ, ਤੇ ਵੱਜਦਾ ਵੀ ਉਸ ਤਰੀਕੇ ਨਾਲ ਹੈ ਜਿਵੇਂ ਇਹਨੂੰ ਮਾਇਆ ਵਜਾਉਂਦੀ ਹੈ। ਇਸ ਸ਼ਲੋਕ ਨੂੰ ਸਮਝਣ ਤੋਂ ਪਹਿਲਾਂ ਮੈਂ ਇੱਕ ਨਿੱਕੀ ਜਿਹੀ ਉਦਾਹਰਨ ਰੱਖਦੇ ਹਾਂ। ਹਾਰਮੋਨੀਅਮ ਨੂੰ ਆਪਾਂ ਵਾਜਾ ਲਫ਼ਜ਼ ਵਰਤ ਕੇ ਵੀ ਸੰਬੋਧਨ ਕਰਦੇ ਹਾਂ। ਉਹਨੂੰ ਵਜਾਉਣ ਵਾਲੇ ਦੋ ਤਰ੍ਹਾਂ ਦੇ ਨੇ। ਇੱਕ ਤੇ ਵਾਜਾ ਵਜਾ ਕੇ ਉਹਦੇ ਚੋਂ ਗੰਧਨ ਵੈਨ ਪੈਦਾ ਕਰ ਰਿਹਾ, ਗੰਧਨ ਵੈਨ ਦੀਆਂ ਧੁਨੀਆਂ ਪੈਦਾ ਕਰ ਰਿਹਾ। ਉਸ ਸਮਾਜ ਨੂੰ ਸੇਧ ਦੇਣ ਦੀ ਬਜਾਏ ਗਲਤ ਮਾਰਗ ਦੇ ਉੱਤੇ ਤੋਰ ਰਿਹਾ। ਤੇ ਇੱਕ ਵਜਾਉਣ ਵਾਲਾ ਉਹ ਹੈ ਜਿਹੜਾ ਵਜਾ ਕੇ ਉਹਦੇ ਚੋਂ ਰਾਗ ਪੈਦਾ ਕਰ ਰਿਹਾ, ਤੇ ਰਾਗ ਪੈਦਾ ਕਰਕੇ ਗੁਰਬਾਣੀ ਦਾ ਗਾਇਨ ਕਰ ਰਿਹਾ। ਗੁਰਬਾਣੀ ਗਾਇਨ ਕਰਕੇ ਚੰਗੇ ਸੂਝਵਾਨਤਾ ਵਾਲੀਆਂ ਬਾਤਾਂ ਜਾਂ ਚੰਗੀ ਸਿੱਖਿਆਵਾਂ ਉਹਨਾਂ ਨੂੰ ਗਾਇਨ ਕਰਕੇ ਦੁਨੀਆ ਨੂੰ ਸੇਧ ਦੇ ਕੇ ਸਿੱਧੇ ਮਾਰਗ ਤੇ ਤੋਰ ਰਿਹਾ। ਦੋ ਤਰ੍ਹਾਂ ਦੇ ਵਜਾਉਣ ਵਾਲੇ ਨੇ। ਏਦਾਂ ਹੀ ਜਿਹੜਾ ਇਹ ਦੁਨੀਆ ਰੂਪੀ ਵਾਜਾ ਹੈ ਨਾ, ਇਹਨੂੰ ਵਜਾਉਣ ਵਾਲੇ ਵੀ ਦੋ ਨੇ। ਜੀਵ ਹਰ ਵੱਜਦਾ, ਇਹਦੇ ਚ ਕੋਈ ਅਤ ਕਥਨੀ ਨਹੀਂ ਹੈ, ਹਰ ਜੀਵ ਵੱਜਦਾ। ਬਸ ਕੁਝ ਜੀਵ ਐਸੇ ਨੇ ਜਿਨ੍ਹਾਂ ਨੂੰ ਮਾਇਆ ਵਜਾਉਂਦੀ ਹੈ, ਤੇ ਉਹ ਉਦਾਂ ਹੀ ਵੱਜਦੇ ਜਿਵੇਂ ਮਾਇਆ ਨੇ ਵਜਾਇਆ। ਉਹਨਾਂ ਵਿੱਚੋਂ ਉਹੀ ਧੁਨੀਆਂ ਪੈਦਾ ਹੋਈਆਂ, ਉਹੀ ਆਵਾਜ਼ਾਂ ਪੈਦਾ ਹੋਈਆਂ ਜਿਹੜੀਆਂ ਆਵਾਜ਼ਾਂ ਮਾਇਆ ਨੇ ਪੈਦਾ ਕੀਤੀਆਂ। ਕੁਝ ਕੁ ਗਿਣਤੀ ਦੇ, ਬਹੁਤ ਤਾਦਾਦ ਉਹਨਾਂ ਦੀ ਹੈ ਜਿਨ੍ਹਾਂ ਨੂੰ ਮਾਇਆ ਵਜਾਉਂਦੀ ਹੈ, ਵੱਜਦੇ ਨੇ ਉਹ। ਤੇ ਬਹੁਤ ਘੱਟ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਨੂੰ ਮਾਇਆ ਨਹੀਂ ਵਜਾਉਂਦੀ, ਪਰ ਵੱਜ ਉਹ ਵੀ ਰਹੇ ਨੇ। ਉਹ ਉਸ ਤਰੀਕੇ ਨਾਲ ਵੱਜ ਰਹੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਵਜਾਇਆ। ਭਾਵ ਜਿਨ੍ਹਾਂ ਚੋਂ ਜਦੋਂ ਪੈਦਾ ਹੋਇਆ ਰੱਬੀ ਯਾਦ ਪੈਦਾ ਹੋਈ, ਜਦੋਂ ਆਵਾਜ਼ ਪੈਦਾ ਹੋਈ ਤੇ ਰੱਬੀ ਚਿੰਤਨ ਦੀ ਆਵਾਜ਼ ਪੈਦਾ ਹੋਈ। ਉਹ ਰੱਬ ਦੇ ਵਜਾਏ ਵੱਜ ਰਹੇ ਨੇ ਤੇ ਇੱਕ ਮਾਇਆ ਵਜਾ ਰਹੀ ਹੈ। ਤੇ ਹੁਣ ਜਿਹੜੀ ਮਾਇਆ ਵਜਾ ਰਹੀ ਹੈ ਉਹਨਾਂ ਦੇ ਹਾਲਾਤ ਕੀ ਨੇ? ਮਾਇਆ ਮਨੋ ਨਾ ਵੀਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ।
ਤੇ ਜਿਨ੍ਹਾਂ ਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਚਿੰਤਨ ਜਿਨ੍ਹਾਂ ਦੇ ਕੋਲ, ਉਹ ਕੀ ਕਹਿੰਦੇ ਨੇ? ਖੰਭ ਵਿਕਾਂਦੜੇ ਜੇ ਲਾਹਾਂ, ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ, ਲਾਹਾਂ ਸੋ ਸੱਜਣ ਟੋਲ। ਜਿਨ੍ਹਾਂ ਨੂੰ ਰੱਬ ਦੀ ਯਾਦ, ਜਿਨ੍ਹਾਂ ਦੇ ਅੰਦਰੋਂ ਉਪਜੀ, ਜਿਨ੍ਹਾਂ ਦੇ ਹਿਰਦੇ ਚੋਂ ਉਹ ਆਵਾਜ਼ਾਂ ਨਿਕਲੀਆਂ ਜਿਹੜੀਆਂ ਰੱਬ ਦੇ ਦਰ ਤੇ ਪ੍ਰਵਾਨੀਆਂ ਜਾਣੀਆਂ ਨੇ, ਉਹਨਾਂ ਦੇ ਜੀਵਨ ਦਾ ਆਧਾਰ ਤੇ ਬਣ ਗਿਆ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉਹ ਤੇ ਇਸ ਗੱਲ ਨੂੰ ਸਮਝ ਗਏ। ਹੁਣ ਮਾਲਕ ਬਾਦਸ਼ਾਹ ਕਹਿੰਦੇ ਦੁਨੀ ਵਜਾਈ ਵੱਜਦੀ, ਭਾਈ ਦੁਨੀਆ ਮਾਇਆ ਦੀ ਵਜਾਈ ਹੋਈ ਵੱਜ ਰਹੀ ਹੈ, ਤੇ ਨਾਲ ਇਹ ਵੀ ਕਹਿਤਾ ਤੂੰ ਵੀ ਵੱਜੈ ਨਾਲ, ਤੈਨੂੰ ਵੀ ਇਹ ਮਾਇਆ ਹੀ ਵਜਾ ਰਹੀ ਹੈ। ਫਿਰ ਅੱਗੇ ਦੱਸਿਆ ਕਿਹੜਾ ਵੱਜਦਾ ਤੇ ਕਿਹੜਾ ਨਹੀਂ ਵੱਜਦਾ, ਕਿਹੜਾ ਮਾਇਆ ਦਾ ਵਜਾਇਆ ਹੋਇਆ ਵੱਜਦਾ ਤੇ ਕਿਹੜਾ ਅਕਾਲ ਪੁਰਖ ਦਾ ਵਜਾਇਆ ਹੋਇਆ ਵੱਜ ਰਿਹਾ। ਤੇ ਸਤਿਗੁਰੂ ਕਹਿੰਦੇ ਸੋਈ ਜਿਉ ਨਾ ਵੱਜਦਾ, ਉਹ ਨਹੀਂ ਵੱਜਦਾ, ਉਹਦੇ ਚੋਂ ਮਾਇਆ ਦੀਆਂ ਆਵਾਜ਼ਾਂ ਨਹੀਂ ਨਿਕਲਦੀਆਂ। ਜਿਸ ਅੱਲਾ ਕਰਦਾ ਸਾਰ, ਜਿਹਨੂੰ ਅੱਲਾ ਸੰਭਾਲ ਲਏ ਨਾ, ਉਹਦੇ ਚੋਂ ਮਾਇਆ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ। ਤੇ ਦੁਨੀਆ ਵਿੱਚੋਂ ਕੀ ਆਵਾਜ਼ਾਂ ਆ ਰਹੀਆਂ? ਸਾਰਾ ਦਿਨ ਸੰਸਾਰ ਵੱਲ ਕਿਤੇ ਝਾਤ ਮਾਰ ਕੇ ਵੇਖੋ, ਹੈ ਬੰਦੇ ਨੂੰ ਸਬਰ? ਹੈ ਇਨਸਾਨ ਨੂੰ ਸਕੂਨ? ਕਿਤੇ ਮਾਇਆ ਦਾ ਹੀ ਵਾਜਾ ਵੱਜ ਰਿਹਾ, ਤੇ ਕਿੱਡੀ ਜ਼ੋਰ ਨਾਲ ਵੱਜ ਰਿਹਾ। ਜੇ ਮਾਇਆ ਦਾ ਵਾਜਾ ਨਾ ਵੱਜਦਾ ਹੁੰਦਾ ਤੇ ਜ਼ਿੰਦਗੀ 'ਚ ਸਬਰ ਸਹਿਜ ਨਾ ਹੁੰਦਾ। ਹਫੜਾ ਦਫੜੀ ਕਿਉਂ ਹੈ ਅੱਜ ਜੀਵਨ ਦੇ ਵਿੱਚ? ਮਾਇਆ ਦਾ ਵਾਜਾ ਹੀ ਇੰਨਾ ਉੱਚੀ ਸ਼ੋਰ ਕਰ ਰਿਹਾ। ਤੇ ਸਤਿਗੁਰੂ ਜੀ ਨੇ ਮਾਲਕ ਪਾਤਸ਼ਾਹ ਜੀ ਜ਼ਿਕਰ ਕਰ ਰਹੇ, ਕਹਿੰਦੇ ਮਾਇਆ ਦਾ ਵਜਾਇਆ ਹੀ ਦੁਨੀਆ ਵੱਜ ਰਹੀ ਹੈ। ਤੇ ਜੇ ਹੁਣ ਇਸ ਵਾਜੇ ਤੋਂ ਤੂੰ ਪਾਸੇ ਹੋਣਾ ਤੇ ਇੱਕ ਕੰਮ ਕਰ ਲਾ, ਆਸ ਅਨਿਤ ਤਿਆਗੋ ਤਰੰਗ, ਆਹ ਕਰਮ ਕਰ ਲਾ। ਇੱਕ ਤੇ ਆ ਛੱਡ ਦੇ ਆਸਾਵਾਂ ਲਾਲਸਾਵਾਂ, ਤਿਆਗ ਦੇ। ਦੂਜਾ ਕਰਮ ਕੀ ਕਰ? ਸੰਤ ਜਨਾ ਕੀ ਧੂਰ ਮਨ ਮੰਗ, ਕਿਉਂਕਿ ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਵੱਜਦਾ ਕਿਹੜਾ? ਜਿਹੜਾ ਆਪਣੇ ਕੋਲ ਆਸ ਅਨਿਤ ਲੈ ਕੇ ਬੈਠਾ ਉਹ ਵੱਜ ਰਿਹਾ। ਤੇ ਜਿੰਨੇ ਇਹਨਾਂ ਨੂੰ ਤਿਆਗ ਕੇ ਸੰਤ ਜਨਾ ਕੀ ਧੂਰ ਮਨ ਮੰਗ, ਸੋਈ ਜਿਉ ਨਾ ਵੱਜਦਾ, ਉਹ ਕਦੇ ਵੱਜਿਆ ਹੀ ਨਹੀਂ, ਉਹਨੂੰ ਲੋੜ ਹੀ ਨਹੀਂ ਪਈ। ਥੋੜਾ ਜਿਹਾ ਇੱਥੇ ਪੱਖ ਮੈਂ ਰੱਖਦਾ ਚੱਲਾਂ, ਕਿਉਂਕਿ ਜਿੰਨੀਆਂ ਆਸਾਵਾਂ ਨੇ ਉਨੀ ਜ਼ੋਰ ਦੀ ਵੱਜਾਂਗੇ। ਜਿੰਨੀਆਂ ਆਸਾਵਾਂ ਨੇ ਉਨੀ ਜ਼ੋਰ ਦੀ ਹੀ ਵੱਜਾਂਗੇ। ਮਨ ਦੀਆਂ ਜਿੰਨੀਆਂ ਇੱਛਾਵਾਂ ਹੋਣਗੀਆਂ ਉਨੀਓ ਹੀ ਜ਼ਿੰਦਗੀ ਵਿੱਚ ਭੱਜ ਦੌੜ ਹੋਏਗੀ। ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਵੇਖ ਲਓ ਜੀਵਨ 'ਚ ਅਨੁਭਵ ਕਰਕੇ, ਆਪਣੇ ਮਨਾਂ 'ਚ ਝਾਤ ਮਾਰ ਕੇ ਵੇਖ ਲਓ। ਜਿੱਦਣ ਮਨ ਦੀ ਇੱਕ ਦਿਨ ਦੀ ਰੋਜ਼ ਦੀ ਮਨ ਦੀ ਲਾਲਸਾ ਵੱਧ ਹੁੰਦੀ ਹੈ, ਉਦਣ ਜੀਵਨ ਦੇ ਵਿੱਚ ਉਸ ਦਿਨ 'ਚ ਕਦੇ ਬੈਠਾ ਬੰਦਾ ਫਿਰ ਤੇ ਇਹ ਵੀ ਕਹਿ ਦਿੰਦਾ ਮੇਰੇ ਕੋਲ ਤੇ ਨਾ ਇੱਕ ਪਲ ਬਹਿ ਕੇ ਸਾਹ ਲੈਣ ਜੋਗਾ ਵੀ ਨਹੀਂ, ਭੱਜਿਆ ਫਿਰਦਾ। ਕਿਉਂਕਿ ਮਨ ਦੀਆਂ ਇੱਛਾਵਾਂ ਬਹੁਤ ਨੇ ਨਾ, ਅੱਜ ਆਹ ਵੀ ਕਰਨਾ, ਅੱਜ ਆਹ ਕੰਮ ਵੀ ਕਰਨਾ, ਆਹ ਵੀ ਕਰਨਾ, ਸਾਰੀਆਂ ਇੱਛਾਵਾਂ ਹੀ ਨੇ। ਤੇ ਉਹ ਜਿਵੇਂ ਜਿਵੇਂ ਵੱਧਦੀਆਂ ਜਾਂਦੀਆਂ ਨੇ ਤਿਵੇਂ ਤਿਵੇਂ ਭੱਜ ਦੌੜ ਹੋਰ ਵਧੀ ਜਾਂਦੀ ਹੈ। ਹੁਣ ਜੇ ਇੱਛਾਵਾਂ ਘਟ ਜਾਣ, ਪਹਿਲੋਂ ਵੱਧ ਸੀ ਭੱਜ ਦੌੜ ਵੱਧ ਗਈ, ਹੁਣ ਇੱਛਾਵਾਂ ਜੇ ਘਟ ਜਾਣ, ਜਦੋਂ ਇੱਛਾਵਾਂ ਘਟ ਜਾਂਦੀਆਂ ਭੱਜ ਦੌੜ ਵੀ ਘਟ ਜਾਂਦੀ ਹੈ, ਬੰਦਾ ਸਹਿਜ ਵਿੱਚ ਆ ਜਾਂਦਾ ਹੈ। ਤੇ ਮਾਲਕ ਕੀ ਕਹਿੰਦੇ? ਆਸ ਅਨਿਤ ਤਿਆਗੋ ਤਰੰਗ। ਇਸੇ ਕਰਕੇ ਸੱਜਣਾ ਤੈਨੂੰ ਇਹ ਆਖਿਆ ਗਿਆ ਕਿ ਤੂੰ ਆਸਾਵਾਂ ਤੇ ਲਾਲਸਾਵਾਂ ਜਿਹੜੀਆਂ ਨਾ ਉਹਨਾਂ ਨੂੰ ਛੱਡ ਦੇ। ਜਿੰਨੀ ਛੇਤੀ ਛੱਡ ਕੇ ਆ ਮੰਗਣ ਲੱਗ ਜਾਏਗਾ ਨਾ ਸੰਤ ਜਨਾ ਕੀ ਧੂਰ ਮਨ ਮੰਗ, ਉਨੀ ਜਲਦੀ ਤੇਰੇ ਕੋਲ ਸਹਿਜ ਸਬਰ ਤੇ ਟਿਕਾ ਤੇਰੇ ਜੀਵਨ ਚ ਆ ਜਾਏਗਾ। ਫਿਰ ਮਾਇਆ ਦਾ ਵਜਾਇਆ ਨਹੀਂ ਤੂੰ ਵੱਜਦਾ। ਫਿਰ
ਉਸੇ ਪ੍ਰਕਾਰ ਚੱਲੇਗਾ ਜਿਵੇਂ ਅਕਾਲ ਪੁਰਖ ਤੋਰੇਗਾ। ਹੁਣ ਤੇ ਬੰਦਾ ਮਾਇਆ ਦੇ ਅਧੀਨ ਹੋਇਆ, ਉਵੇਂ ਚੱਲਦਾ ਜਿਵੇਂ ਮਾਇਆ ਚਲਾਉਂਦੀ ਹੈ। ਜਿਸ ਤਰੀਕੇ ਨਾਲ ਜੀਵ ਨੂੰ ਪੈਸਾ, ਧਨ, ਦੌਲਤ ਜਿਸ ਪਾਸੇ ਲੈ ਕੇ ਜਾ ਰਿਹਾ, ਜੀਵ ਤੁਰਿਆ ਜਾ ਰਿਹਾ। ਅੱਜ ਦੇ ਸਮਾਜ ਦੇ ਜੋ ਹਾਲਾਤ ਨੇ, ਜੇ ਆਪਾਂ ਵੇਖਾਂਗੇ ਨਾ, ਜਿੰਨਾ ਸਮਾਜ ਗਿਰਾਵਟ 'ਚ ਆ ਰਿਹਾ, ਉਹ ਗਿਰਾਵਟ 'ਚ ਆਉਣ ਦਾ ਕਾਰਨ ਕੀ ਹੈ? ਕਿ ਬੰਦੇ ਦੀ ਦੌੜ ਮਾਇਆ ਪਿੱਛੇ ਇੰਨੀ ਵੱਧ ਚੁੱਕੀ ਹੈ, ਇਹਨੇ ਸਭ ਕੁਝ ਹੀ ਭੁਲਾਤਾ। ਅੱਜ ਇੱਕ ਇਨਸਾਨ ਦੂਜੇ ਇਨਸਾਨ ਨੂੰ ਮਨੁੱਖ ਸਮਝਣ ਤੋਂ ਵੀ ਗੁਰੇਜ਼ ਕਰੀ ਜਾਂਦਾ ਹੈ। ਆ ਕੀ ਹੈ? ਜੀਵਨ ਵਿੱਚ ਮਾਇਆ ਦੀ ਭੱਜ ਦੌੜ ਹੈ। ਜੇ ਇੱਕ ਬੰਦਾ ਦੂਜੇ ਨੂੰ ਮਨੁੱਖ ਸਮਝਦਾ ਹੁੰਦਾ ਤੇ ਕਿਉਂ ਐਵੇਂ 4-4 ਟਕਿਆਂ ਪਿੱਛੇ ਇੱਕ ਦੂਜੇ ਦੀਆਂ ਜਾਨਾਂ ਲੈਂਦੇ? ਆ ਮਨੁੱਖ ਜਿੱਦਾਂ ਦੇ ਹਾਲਾਤ ਸਮਾਜ ਦੇ ਬਣੇ ਹੋਏ ਨੇ, ਇੱਕ ਮਨੁੱਖ ਸਿਰਫ ਚੰਦ ਕੁ ਰੁਪਈਆਂ ਪਿੱਛੇ ਦੂਜੇ ਬੰਦੇ ਨੂੰ 1 ਮਿੰਟ ਲਾਉਂਦਾ ਮਾਰਨ ਲੱਗਿਆ। ਇਨਸਾਨੀਅਤ ਮੁੱਕ ਚੁੱਕੀ ਹੈ ਨਾ, ਮਾਇਆ ਪਿੱਛੇ ਲੱਗੀ ਹੋਈ ਭੱਜ ਦੌੜ ਹੈ। ਤੇ ਜੇ ਇਹੀ ਕੋਲੇ ਇਨਸਾਨੀਅਤ ਜਿਉਂਦੀ ਹੁੰਦੀ, ਇਨਸਾਨੀਅਤ ਜੀਵਤ ਹੁੰਦੀ, ਤੇ ਫਿਰ ਬੰਦਾ ਕਹਿੰਦਾ ਵੀ ਮੈਂ ਚੰਦ ਰੁਪਈਏ ਕੀ ਕਰਨੇ, ਬੰਦੇ ਦੀ ਜ਼ਿੰਦਗੀ ਦੀ ਕੀਮਤ ਹੈ ਭਾਈ, ਜਾਨ ਦੀ ਕੀਮਤ ਹੈ, ਕਿਉਂ ਐਵੇਂ ਮਾਰਾਂ? ਉਹਨੂੰ ਵੀ ਜੀਵਨ ਪਿਆਰਾ, ਜੀਵਨ ਮੈਨੂੰ ਵੀ ਪਿਆਰਾ, ਮੈਂ ਕਿਉਂ ਮਾਰਾਂ? ਪਰ ਵਾਜਾ ਅੰਦਰ ਮਾਇਆ ਦਾ ਵੱਜ ਰਿਹਾ ਹੈ ਨਾ, ਉਹ ਜਿਹੜਾ ਅੰਦਰ ਮਾਇਆ ਦਾ ਵਾਜਾ ਵੱਜ ਰਿਹਾ, ਉਹਦਾ ਸ਼ੋਰ ਹੀ ਇੰਨਾ ਜ਼ਿਆਦਾ ਹੈ ਕਿ ਕੁਝ ਹੋਰ ਸੁਣਨ ਹੀ ਨਹੀਂ ਦਿੰਦਾ। ਉਹ ਵਾਜੇ ਨੂੰ ਵਜਾਉਣ ਵਾਲਾ 2 ਤਰੀਕਿਆਂ ਨਾਲ, ਵਜਾਉਣ ਵਾਲਾ ਵੀ 2 ਤਰੀਕਿਆਂ ਨਾਲ ਵਜਾਉਂਦਾ। ਇੱਕ ਨੂੰ ਇਹ ਹੁੰਦਾ ਵੀ ਮੈਂ ਵਾਜਾ ਵਜਾਵਾਂ ਤੇ ਮੇਰੀ ਆਵਾਜ਼ ਦੁਨੀਆ ਨੂੰ ਸੁਣੇ, ਮੇਰੀ ਆਵਾਜ਼ ਬੜੀ ਸੁਰੀਲੀ ਹੈ, ਬੜੀ ਰਸ ਵਾਲੀ ਹੈ। ਤੇ ਇੱਕ ਵਾਜਾ ਵਜਾਉਣ ਵਾਲਾ ਵਾਜਾ ਇਸ ਢੰਗ ਨਾਲ ਵਜਾਉਂਦਾ, ਆਵਾਜ਼ ਸੁਣੇ ਭਾਵੇਂ ਨਾ ਸੁਣੇ, ਪਰ ਮੇਰਾ ਵਾਜਾ ਜ਼ਰੂਰ ਸੁਣਨਾ ਚਾਹੀਦਾ। ਹਾਰਮੋਨੀਅਮ ਦੀ ਆਵਾਜ਼ ਜ਼ਰੂਰ ਸੁਣਨੀ ਚਾਹੀਦੀ, ਉਹ ਬੜੇ ਜ਼ੋਰ-ਜ਼ੋਰ ਨਾਲ ਉਹਨੂੰ ਵਜਾਉਂਦਾ, ਫਿਰ ਉਹਦੇ ਚੋਂ ਕੱਲੀਆਂ ਉਹ ਜਿਹੜੀਆਂ ਸੁਰਾਂ ਨੇ ਉਹਨਾਂ ਦੀ ਆਵਾਜ਼ ਹੀ ਸੁਣਦੀ ਹੈ। ਤੇ ਮਾਇਆ ਦਾ ਵਾਜਾ ਨਾ ਇੰਨੀ ਕੁ ਉੱਚੀ ਔਰ ਇੰਨੇ ਕੁ ਸ਼ੋਰ ਨਾਲ ਵੱਜ ਰਿਹਾ, ਕੋਈ ਹੋਰ ਆਵਾਜ਼ ਅੰਦਰੋਂ ਆਉਣ ਹੀ ਨਹੀਂ ਦਿੰਦਾ। ਮਾਇਆ ਦਾ ਵਾਜਾ ਇੰਨੇ ਕੁ ਉੱਚੇ ਆਵਾਜ਼ ਨਾਲ ਵੱਜ ਰਿਹਾ, ਇੰਨੇ ਕੁ ਉੱਚੇ ਸੁਰਾਂ ਵਿੱਚ ਵੱਜ ਰਿਹਾ, ਆਤਮਾ ਦੀ ਆਵਾਜ਼ ਸਾਨੂੰ ਸੁਣਨ ਹੀ ਨਹੀਂ ਦਿੰਦਾ। ਜੇ ਕਿਤੇ ਆਤਮਾ ਦੀ ਆਵਾਜ਼ ਸੁਣ ਜਾਂਦੀ, ਸ਼ਾਇਦ ਅਸੀਂ ਵੀ ਆਪਣੇ ਜੀਵਨ ਚੋਂ ਮਾਇਆ ਦਾ ਸੰਗ ਤਿਆਗ ਦਿੰਦੇ, ਪਰ ਨਹੀਂ, ਆਤਮਾ ਦੀ ਆਵਾਜ਼ ਤੇ ਦੱਬੀ ਗਈ। ਕਿੰਨਿਆਂ ਕੁ ਨੇ ਸੁਣੀ ਕਿਤੇ ਆਤਮਾ ਦੀ ਆਵਾਜ਼? ਜਿਨ੍ਹਾਂ ਨੇ ਸੁਣੀ ਉਹਨਾਂ ਦੇ ਪ੍ਰਤੀ ਸਤਿਗੁਰੂ ਜੀ ਇੱਕ ਕਹਿ ਦਿੰਦੇ ਬਚਨ, ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਉਹ ਦੁਨੀਆ ਵਾਂਗੂ ਨਹੀਂ ਜਿਉਂਦੇ। ਜਿਨ੍ਹਾਂ ਨੇ ਸੁਣੀ ਉਹਨਾਂ ਦੇ ਪ੍ਰਤੀ ਤੇ ਇਹੀ ਆਖਿਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ। ਤੇ ਜਿਨ੍ਹਾਂ ਨਹੀਂ ਸੁਣੀ, ਉਹ ਕੇਵਲ ਮਾਇਆ ਦੇ ਵਾਜਿਆਂ ਵਿੱਚ ਵੱਜਦੇ ਹੋਏ, ਉਹਦੀਆਂ ਆਵਾਜ਼ਾਂ ਸੁਣਦੇ ਹੋਏ ਜੀਵਨ ਦੇ ਵਿੱਚੋਂ ਹਰ ਚੀਜ਼ ਤੋਂ ਉਹ ਹਾਨੀ ਵਿੱਚ ਹੀ ਰਹੇ, ਲੌਸ ਵਿੱਚ ਹੀ ਰਹੇ, 4 ਟਕੇ ਤੇ ਜੋੜ ਲਏ। ਪਰ ਅਸਲ ਦੇ ਵਿੱਚ ਜੋ ਧਨ ਚਾਹੀਦਾ ਸੀ, ਜਿਹਨੂੰ ਸਤਿਗੁਰੂ ਕਹਿੰਦੇ ਹਰ ਧਨ ਕੇ ਭਰ ਲੇ ਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਉਹ ਭੰਡਾਰ ਨਹੀਂ ਭਰੇ ਗਏ। ਉਹਨਾਂ ਜੋੜਿਆ, ਪਰ ਕੀ? ਕਾਚਾ ਧਨ ਸੰਚੈ ਮੂਰਖ ਗਵਾਰ, ਮਨ ਮੁਖ ਭੂਲੇ ਅੰਧ ਗਵਾਰ, ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਿੰਨਾ ਦੁੱਖ ਆ ਗਿਆ ਜੀਵਨ ਦੇ ਵਿੱਚ। ਤੇ ਜਿਨ੍ਹਾਂ ਨੇ ਆਤਮਾ ਦੀ ਆਵਾਜ਼ ਸੁਣੀ ਮਾਇਆ ਦੇ ਵਾਜੇ ਨੂੰ ਛੱਡ ਕੇ, ਉਹਨਾਂ ਦੇ ਲਈ ਸਤਿਗੁਰੂ ਕਹਿੰਦੇ ਇਹ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ ਪੂਰੇ, ਸਤਿਗੁਰ ਦੀਆ ਦਿਖਾਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਸੱਜਣਾ, ਜੇ ਕੱਚੇ ਧਨ ਦਾ ਵਾਜਾ ਸੁਣ ਰਹੇ ਆ ਨਾ, ਤੇ ਉਹਨੇ ਆਉਣ ਤੇ ਜਾਣ ਦੇ ਗੇੜ ਵਿੱਚ ਲੈ ਕੇ ਚਲੇ ਜਾਣਾ। ਤੇ ਸੱਚਾ ਧਨ ਗੁਰੂ ਦੀ ਮੱਤ ਨਾਲ ਹੀ ਮਿਲਦਾ ਹੈ। ਤੇ ਇਉਂ ਕਰ, ਉਹ ਜੀ ਕਦੇ ਨਹੀਂ ਉਹ ਵੱਜਦਾ, ਭਾਵ ਉਹਦੇ ਅੰਦਰ ਕਦੇ ਮਾਇਆ ਦਾ ਵਾਜਾ ਨਹੀਂ ਵੱਜਦਾ। ਮਾਇਆ ਦੇ ਅੰਦਰ ਉਹ ਆਪਣੀ ਸੁਰਤ ਕਦੇ ਨਹੀਂ ਭੁਲਾਉਂਦਾ। ਜਿਸ ਅੱਲਾਹ ਕਰਦਾ ਸਾਰ,
ਜਿਹਦੀ ਸੰਭਾਲ ਕਿਤੇ ਅੱਲਾਹ ਕਰ ਲਏ। ਤੇ ਇਸ ਲਈ ਉਸ ਅੱਲਾਹ ਪਰਮਾਤਮਾ ਅੱਗੇ, ਪਰਮੇਸ਼ਵਰ ਪ੍ਰਭੂ ਦੇ ਅੱਗੇ ਹੱਥ ਜੋੜ ਕੇ ਆਪਾਂ ਇਹੀ ਕਹਿ ਸਕਦੇ ਹਾਂ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਕਿਤੇ ਸਾਡੇ ਸਭਨਾਂ ਦੀਆਂ ਝੋਲੀਆਂ ਆਪਣੇ ਨਾਮ ਦੀ ਦਾਤ, ਆਪਣੀ ਭਗਤੀ ਦੇ ਨਾਲ ਭਰ ਦੇਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਫਰੀਦਾ ਦੁਨੀ ਵਜਾਈ ਵਜਦੀ, ਤੂੰ ਭੀ ਵਜਹਿ ਨਾਲ, ਸੋਈ ਜਿਉ ਨਾ ਵਜਦਾ, ਜਿਸ ਅੱਲਾਹ ਕਰਦਾ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।